खुदा दा वचन सुनिया जावे। आमीन। रोबर कर दे। हालेलुया हालेलुया। तुसी सारे ही बाइबल दे विद्यार्थी हो, बाइबल दे पाठक जे कि मैं भैणों नूं पुछ सकदा कि ये जिहड़ी आयत पढ़ी है की है? 15 11 की 15 आयत जिहड़ी है की भैणों नूं मैं पुछ सकदा है की है? प्रकाश दी पोथी 11 चैप्टर की 15 आयत की है? हाथ उठाओ, बोलना नहीं है, किसी ने बता दो। भाइयों चो किन्ने नूं पता? हाथ उठाओ, बोलना नहीं है। 2 भाई 3 4 पता? आबल बाइबल नहीं पढ़ते, केमिस्ट्री नहीं पढ़ते, पढ़ते फिर पता क्यों नहीं है? कौन भाई पता? 11 चैप्टर 15 आयत की है? रात गए सी दुआ? हाँ गए, ठीक है। इस 7वीं तुरी है ना, 11 बाब दी 15 जहां 7वें दूत ने फिर 7वें दूत ने तुरी बजाई, 7वें दूत ने तुरी बजाई। आमीन। ਅਸੀਂ ਪਿੱਛੇ ਤੁਰੀਆਂ ਨੂੰ ਦੇਖਿਆ ਸੀ, ਪਹਿਲੀ ਤੁਰੀ, ਦੂਜੀ ਤੁਰੀ, ਤੀਜੀ, ਚੌਥੀ, ਪੰਜਵੀਂ ਤੁਰੀ ਦੇਖੀ ਸੀ, ਪਹਿਲਾ ਵਿਸ਼ਵ ਯੁੱਧ, ਦੂਸਰੀ ਤੁਰੀ दूसरा विश्व युद्ध, 7वीं तुरी तीसरा विश्व युद्ध। ਤੇ ਅਸੀਂ ਤੀਸਰੇ ਵਿਸ਼ਵ ਯੁੱਧ ਦੇ ਵਿੱਚ ਹਾਂ ਨਾ, ਇਹ ਵਿਸ਼ਵ ਯੁੱਧ ਚੱਲ ਰਿਹਾ। ਮਤ ਸੋਚੋ ਕਿ ਸ਼ਾਇਦ ਉਹ ਬੰਬ ਚੱਲਣੇ ਸੀ। ਇਹ ਵਿਸ਼ਵ ਯੁੱਧ ਹੈ, ਬੰਬਾਂ ਤੋਂ ਬਗੈਰ ਕੈਮੀਕਲ ਲੜਾਈ ਹੈ, ਇਹ ਕੈਮੀਕਲ ਲੜਾਈ ਹੈ। ਦੇਖੋ ਇਹ ਲੜਾਈ ਕਿੱਦਾਂ ਛਿੜ ਗਈ। ਅਸੀਂ ਸੋਚਦੇ ਸੀ ਬੰਬ ਚੱਲਣਗੇ, ਲੇਕਿਨ ਹੋ ਸਕਦਾ ਖੁਦਾ ਜੇ ਬਰਬਾਦੀ ਕਰਨੀ, ਜਿਹਨੇ ਬਰਬਾਦੀ ਕਰਨੀ ਹੈ ਨਾ, ਹੋ ਸਕਦਾ ਖੁਦਾ ਏਦਾਂ ਹੀ ਕਰ ਦੇਵੇ। ਮਤ ਸੋਚੋ ਕਿ ਅੱਛਾ ਰੈਪਚਰ ਤੇ ਉਦੋਂ ਹੋਣਾ ਜਦੋਂ ਬੰਬ ਚੱਲੇ। ਇਹ ਨਾ ਸੋਚ ਕੇ ਚੱਲੋ। ਖੁਦਾ ਦੇ ਕੰਮ ਕਰਨ ਦੇ ਤਰੀਕੇ ਅਲੱਗ ਨੇ, ਆਦਮੀ ਦੀ ਸੋਚ ਤੋਂ ਪਰੇ ਨੇ। ਹੋ ਸਕਦਾ ਜਿੱਦਾਂ ਅਸੀਂ ਸੋਚ ਰਹੇ ਉਦਾਂ ਖੁਦਾ ਕੰਮ ਨਾ ਕਰੇ। ਲੇਕਿਨ ਅਸੀਂ ਪੜ੍ਹ ਰਹੇ 7ਵੀਂ ਤੁਰੀ, 7ਵੀਂ ਤੁਰੀ। 6ਵੀਂ ਤੁਰੀ ਕੀ ਸੀ? ਬੋਲੋ ਭੈਣੋ, 6ਵੀਂ ਤੁਰੀ ਕੀ ਸੀ ਭਾਈਓ? ਭਾਈਓ ਕੀ ਸੀ? ਦੂਸਰਾ ਵਿਸ਼ਵ ਯੁੱਧ। 5ਵੀਂ ਤੁਰੀ ਕੀ ਸੀ? ਪਹਿਲਾ ਵਿਸ਼ਵ ਯੁੱਧ। ਗੱਜ ਕੇ ਬੋਲਿਆ ਕਰੋ, ਝੱਕਦੇ ਆ ਤੁਸੀਂ। ਤੇ ਇਹ ਜੇ ਇੰਨਾ ਸ਼ੁਰੂ ਹੋ ਗਿਆ ਨਾ, ਬੁੱਢੇ ਹੋ ਗਏ ਹੁਣ, ਬਾਈਬਲ ਪੜ੍ਹਦੇ ਪੜ੍ਹਦੇ ਤੇ ਅਜੇ ਵੀ ਮਨੋਂ ਮਨੋਂ ਕਰੀ ਜਾਂਦੇ ਤਾਂ ਹਨਾ, ਬੜੀ ਅਫਸੋਸ ਦੀ ਗੱਲ ਹੈ। ਜਿਹੜੀ 5ਵੀਂ ਤੁਰੀ ਉਹ ਕੀ ਹੈ? 6ਵੀਂ ਤੁਰੀ ਕੀ ਹੈ? ਦੂਜਾ ਵਿਸ਼ਵ ਯੁੱਧ। ਤੇ 7ਵੀਂ ਤੁਰੀ ਤੀਸਰਾ ਵਿਸ਼ਵ ਯੁੱਧ, ਜਿਹੜਾ ਛਿੜ ਗਿਆ ਵਾ, ਜਿਹਦੇ ਵਿੱਚ ਅਸੀਂ ਹਾਂ। तो ਇਹ 7ਵੀਂ ਤੁਰੀ। ਅਸੀਂ ਰਾਤੀ ਗੱਲ ਕਰ ਰਹੇ ਸੀ, ਤੁਰੀਆਂ ਜਿਹੜੀਆਂ ਨੇ ਇਹ ਯਹੂਦੀਆਂ ਵਾਸਤੇ ਹੈ। ਤੁਰੀਆਂ ਨਾਲ ਕਲੀਸਿਆ ਦਾ ਕੋਈ ਮਤਲਬ ਨਹੀਂ। ਹਾਂ, ਦੁਲਹਨ ਜਿਹੜੀ ਹੈ ਉਹ ਥੋੜਾ ਟਾਈਮ ਦਾ ਅੰਦਾਜ਼ਾ ਹੁੰਦਾ ਹੈ ਵੀ ਪਹਿਲਾ ਵਿਸ਼ਵ ਯੁੱਧ ਹੋ ਗਿਆ, ਹੁਣ ਟਾਈਮ ਕੀ ਹੈ? ਦੂਸਰਾ ਵਿਸ਼ਵ ਯੁੱਧ ਹੋ ਗਿਆ, ਹੁਣ ਟਾਈਮ ਕੀ ਹੈ? ਹੁਣ ਤੀਸਰਾ ਵਿਸ਼ਵ ਛਿੜ ਗਿਆ, ਹੁਣ ਟਾਈਮ ਕੀ? ਤੁਹਾਨੂੰ ਇਹ ਥੋੜਾ ਟਾਈਮ ਦਾ ਪੈਮਾਨਾ ਉਹ ਸਾਹਮਣੇ ਆਉਂਦਾ ਵਾ। ਅਸੀਂ ਹੁਣ ਕਿੱਥੇ ਕਿਨੇ ਹਾਂ? ਸਵਰਗ ਕਿੰਨੀ ਕੁ ਦੂਰ ਹੈ? ਇੱਕ ਨਿਸ਼ਾਨੀਆਂ ਨੇ, ਚਿੰਨ੍ਹ ਨੇ। ਪਹਿਲਾ ਵਿਸ਼ਵ ਯੁੱਧ ਹੋ ਜਾਣਾ, ਦੂਸਰਾ ਵਿਸ਼ਵ ਯੁੱਧ ਹੋ ਜਾਣਾ, ਤੀਸਰਾ ਵਿਸ਼ਵ ਯੁੱਧ। ਇਹ ਇੱਕ ਚਿੰਨ੍ਹ ਨੇ, ਇਹ ਨਿਸ਼ਾਨੀਆਂ ਨੇ ਵੀ ਅਸੀਂ ਹੁਣ ਕਿੱਥੇ ਕਿਤੇ ਹਾਂ। ਆਮੀਨ ਹੈ ਨਾ। ਬਾਈਬਲ ਤੇ ਉਹੀ ਪੜ੍ਹਨ ਦਾ ਮਜ਼ਾ ਵਾ, ਉਹੀ ਸਮਝਣ ਦਾ ਮਜ਼ਾ ਵਾ ਜਦੋਂ ਸਾਨੂੰ ਪਤਾ ਲੱਗੇ ਕਿ ਹੈ ਕਿੱਥੇ ਹੈ। ਅੱਛਾ, ਬਾਈਬਲ ਪੜ੍ਹੀ ਜਾਵੇ, ਸਾਨੂੰ ਪਤਾ ਨਾ ਲੱਗੇ ਹੈਗੇ ਕਿੱਥੇ ਆ। ਨਾ ਅੱਗੇ ਦਾ ਪਤਾ, ਨਾ ਪਿੱਛੇ ਦਾ ਪਤਾ। ਬਾਈਬਲ ਸੁਣਨ ਦਾ ਤੇ ਪੜ੍ਹਨ ਦਾ ਕੀ ਫਾਇਦਾ? ਕਿਉਂਕਿ ਬਾਈਬਲ ਤੇ ਸਾਨੂੰ ਜਦੋਂ ਅਸੀਂ ਪੜ੍ਹਨੇ ਆ, ਬਾਈਬਲ ਦੇ ਸਾਹਮਣੇ ਹੁੰਦੇ ਆ, ਤਾਂ ਬਾਈਬਲ ਸਾਨੂੰ ਦੱਸਦੀ ਕਿ ਅਸੀਂ ਕਿੱਥੇ ਹਾਂ।
ਅੱਗੇ ਕਿੱਥੇ ਜਾ ਰਹੇ ਹਾਂ, ਪਿੱਛੋਂ ਕਿੱਥੇ ਆਏ ਹਾਂ, ਕਿੱਥੋਂ ਆਏ ਹਾਂ। ਬਾਈਬਲ ਨੂੰ ਸੁਣਨ ਦਾ, ਬਾਈਬਲ ਨੂੰ ਪੜ੍ਹਨ ਦਾ, ਨਬੀ ਦੇ ਸੰਦੇਸ਼ਾਂ ਨੂੰ ਪੜ੍ਹਨ ਦਾ ਇਹੀ ਇੱਕ ਖਾਸ ਮਕਸਦ ਹੈ। ਆਮੀਨ। ਜੇ ਬਾਈਬਲ ਪੜ੍ਹ ਕੇ, ਬਾਈਬਲ ਨੂੰ ਸੁਣ ਕੇ ਜਾਂ ਨਬੀ ਦੇ ਸੰਦੇਸ਼ ਪੜ੍ਹ ਸੁਣ ਕੇ ਸਾਨੂੰ ਪਤਾ ਨਹੀਂ ਲੱਗਾ ਕਿ ਅਸੀਂ ਹੁਣ ਜਾ ਕਿੱਥੇ ਕੁ ਰਹੇ ਹਾਂ ਤੇ ਰੈਪਚਰ ਕਿੱਥੇ ਕੁ ਰਹਿ ਗਿਆ ਤੇ ਕਿੰਨੀ ਕੁ ਦੂਰ ਰਹਿ ਗਿਆ। ਇਹ ਤਾਂ ਚਿੰਨ੍ਹ ਨੇ, ਨਿਸ਼ਾਨੀਆਂ ਨੇ, ਤਾਂ ਕਿ ਦੁਲਹਨ ਨੂੰ ਪਤਾ ਲੱਗਦਾ ਹੈ। ਸੋ ਇਹ ਤੁਰੀਆਂ ਜਿਹੜੀਆਂ ਨੇ ਇਹ ਕਿਹਦੇ ਲਈ ਆ, ਦੱਸੋ ਮੈਨੂੰ, ਬੋਲੋ। ਇੱਕ ਦੂਜੇ ਦੇ ਮੂੰਹ ਵੱਲ ਨਾ ਦੇਖੋ, ਮੇਰੇ ਨਾਲ ਸਿੱਧੀ ਗੱਲ ਕਰੋ। ਤੁਰੀਆਂ ਕਿਹਨਾਂ ਲਈ ਆ? ਯਹੂਦੀਆਂ ਵਾਸਤੇ। ਇਸਰਾਇਲ ਕਹਿ ਲਓ, ਯਹੂਦੀ ਕਹਿ ਲਓ, ਯਹੂਦੀਆਂ ਵਾਸਤੇ, ਇਸਰਾਇਲ ਵਾਸਤੇ ਤੁਰੀਆਂ ਨੇ। ਤੇ ਮੋਹਰਾਂ, ਮੋਹਰਾਂ ਕਿਹਨਾਂ ਲਈ? ਦੁਲਹਨ ਲਈ ਆ ਮੋਹਰਾਂ। ਮੋਹਰਾਂ ਸਾਡੇ ਚ ਕੰਮ ਕਰਦੀਆਂ, ਤੁਰੀਆਂ ਯਹੂਦੀਆਂ ਚ ਕੰਮ ਕਰਦੀਆਂ। ਸਾਡਾ ਮਤਲਬ ਨਹੀਂ ਹੈ ਤੁਰੀਆਂ ਨਾਲ, ਪਰ ਉਹਨਾਂ ਦਾ ਮਤਲਬ ਇੰਨਾ ਹੀ ਹੈ ਕਿ ਅਸੀਂ ਉਹਦੇ ਤੇ ਦੇਖਦੇ ਕਿ ਅਸੀਂ ਹੁਣ ਇਸ ਵੇਲੇ ਕਿੱਥੇ ਹਾਂ, ਹੁਣ ਇਸ ਵੇਲੇ ਸਮਾਂ ਕੀ ਚੱਲ ਰਿਹਾ ਵਾ। ਜਿੱਦਾਂ ਤੁਸੀਂ ਦੇਖੋਗੇ ਜਲੰਧਰ ਜਾਣਾ ਹੋਵੇ ਤੇ ਕਰਤਾਰਪੁਰ ਪਹੁੰਚ ਜਾਂਦੇ ਤੇ ਫਿਰ ਤੁਸੀਂ ਤਿਆਰੀ ਸ਼ੁਰੂ ਕਰ ਦਿੰਦੇ ਕਿ ਆ ਗਿਆ ਜਲੰਧਰ। ਕਰਤਾਰਪੁਰ ਲੰਘਨੇ ਤੇ ਕਹਿੰਦੇ ਜਲੰਧਰ ਆ ਗਿਆ। ਚਿੰਨ੍ਹ ਨੇ, ਹੈ ਨਾ। ਇਹ ਪਹਿਲਾ ਵਿਸ਼ਵ ਯੁੱਧ, ਦੂਜਾ, ਤੀਜਾ, ਇਹ ਚਿੰਨ੍ਹ ਨੇ ਰੈਪਚਰ ਦੇ ਲਈ। ਅਸੀਂ ਇਹਦੇ ਤੋਂ ਇਹੀ ਸਿੱਖਣਾ ਕਿ ਅਸੀਂ ਹੈ ਕਿੰਨੀ ਕੁ ਦੂਰ ਹੈ। ਆਮੀਨ। ਕਿੰਨੇ ਜਣੇ ਸਮਝੇ ਇਸ ਗੱਲ ਨੂੰ? ਅੱਛਾ, ਹੁਣ ਭੈਣਾਂ ਨੂੰ ਪੁੱਛਣਾ ਵੀ ਤੁਰੀਆਂ ਕਿੰਨਾ ਲਈ ਆ? ਸਾਰੇ ਨਹੀਂ ਬੋਲ ਰਹੇ। ਇਸਰਾਇਲ ਵਾਸਤੇ, ਯਹੂਦੀ। ਹੁਣ ਆਪਾਂ ਕਮਰੇ ਚ ਹੁਣ ਆਪਸ ਵਿੱਚ ਨਹੀਂ ਗੱਲ ਕਰ ਰਹੇ, ਬੋਲ ਸਕਦੇ ਅਸੀਂ। ਤੁਰੀਆਂ ਯਹੂਦੀਆਂ ਵਾਸਤੇ ਹੈ। ਤੁਰੀਆਂ ਜਿਹੜੀਆਂ ਨੇ ਇਹ ਰਾਜਨੀਤੀ ਨਾਲ ਸੰਬੰਧ ਰੱਖਦੀਆਂ, ਹੈ ਨਾ। ਜਦੋਂ ਅਸੀਂ ਸੈਮਨ ਸੀਲ ਪੜ੍ਹਦੇ ਹਾਂ ਉਹਦੇ ਉੱਤੇ ਲਿਖਿਆ ਕਿ ਸੈਮਨ ਸੀਲ ਪਹਿਲੀ ਮੋਹਰ ਵਿੱਚ ਵੀ 135 ਔਰ 135 ਤੱਕ ਜਦੋਂ ਚੱਲਦੇ ਆ ਉੱਥੇ ਲਿਖਦਾ ਕਿ ਤੁਰੀਆਂ ਰਾਜਨੀਤੀ ਨਾਲ ਸੰਬੰਧ ਰੱਖਦੀਆਂ, ਤੁਰੀਆਂ ਰਾਜਾਂ ਚ ਗੁਜ਼ਰਦੀਆਂ ਨੇ। ਤੁਰੀਆਂ ਜਦੋਂ ਹੁੰਦੀਆਂ ਨੇ ਤੇ ਧਰਤੀ ਤੇ ਮਹਾਂਮਾਰੀਆਂ ਆਉਂਦੀਆਂ ਨੇ, ਹੈ ਨਾ। ਪਹਿਲੀ ਮਹਾਂਮਾਰੀ ਆਈ, ਲਹੂ, ਸਮੁੰਦਰ ਲਹੂ ਬਣ ਗਏ, ਪਾਣੀ ਲਹੂ ਬਣ ਗਏ। ਦੂਸਰੀ ਮਹਾਂਮਾਰੀ ਆਈ, ਉਹ ਧਰਤੀ ਨਾਲ ਜਿਹੜੀਆਂ ਪਹਿਲੀਆਂ 4 ਤੁਰੀਆਂ ਨੇ ਉਹ ਪਾਣੀ ਨਾਲ ਸੰਬੰਧ ਰੱਖਦੀਆਂ ਨੇ ਔਰ ਧਰਤੀ ਦੇ ਨਾਲ ਸੰਬੰਧ ਰੱਖਦੀਆਂ ਨੇ। ਫਿਰ ਜਿਹੜੀਆਂ 3 ਨੇ ਉਹ ਵਿਸ਼ਵ ਯੁੱਧਾਂ ਨਾਲ ਸੰਬੰਧ ਰੱਖਦੀਆਂ। 7 ਤੁਰੀਆਂ ਨੇ। ਲੇਕਿਨ ਇਹਨਾਂ ਤੁਰੀਆਂ ਦੇ ਨਾਲ ਦੁਲਹਨ ਦਾ ਸੰਬੰਧ ਨਹੀਂ ਹੈ। ਆਮੀਨ, ਹਾਲੇਲੂਇਆ। ਲੇਕਿਨ ਅਸੀਂ ਜਦੋਂ ਨਬੀ ਦੇ ਸੰਦੇਸ਼ ਨੂੰ ਪੜ੍ਹਨੇ ਕਿ ਨਬੀ ਕਹਿੰਦਾ ਕਿ 7ਵੀਂ ਮੋਹਰ ਦਾ ਪੈਟਰਨ ਆ 7ਵੀਂ ਤੁਰੀ। 7ਵੀਂ ਤੁਰੀ ਜਿਹੜੀ ਹੈ ਉਹ 7ਵੀਂ ਮੋਹਰ ਦਾ ਪੈਟਰਨ ਸਮਝਦੇ ਆ, ਨਮੂਨਾ। ਵੀ ਜਿੱਦਾਂ 7ਵੀਂ ਤੁਰੀ ਚ ਹੁੰਦਾ ਉਦਾਂ ਹੀ 7ਵੀਂ ਮੋਹਰ ਚ ਹੁੰਦਾ। ਕਿੰਨੇ ਜਾਣੇ ਸਮਝੇ? ਜੋ ਕੁਛ ਜੇ ਤੁਸੀਂ ਦੇਖਣਾ ਹੋਵੇ ਕਿ 7ਵੀਂ ਮੋਹਰ ਚ ਕੀ ਹੁੰਦਾ ਤੇ ਤੁਸੀਂ ਪੜ੍ਹ ਲਓ 7ਵੀਂ ਤੁਰੀ ਨੂੰ। ਜੋ ਕੁਛ ਤੁਰੀ ਉਹ ਕਰਦੀ ਹੈ ਸਮਝ ਲਓ ਉਹੀ 7ਵੀਂ ਮੋਹਰ ਚ ਹੁੰਦਾ। ਇਹ ਪੈਟਰਨ ਹੈ 7ਵੀਂ ਮੋਹਰ ਦਾ। ਆਮੀਨ। 7ਵੀਂ ਤੁਰੀ ਦੁਲਹਨ ਨੂੰ ਤਿਆਰ ਕਰਦੀ ਹੈ ਤੇ 7ਵੀਂ ਤੁਰੀ ਕਿਹਨੂੰ? ਯਹੂਦੀਆਂ ਨੂੰ ਤਿਆਰ ਕਰਦੀ ਹੈ ਤੇ 7ਵੀਂ ਮੋਹਰ ਦੁਲਹਨ ਨੂੰ ਤਿਆਰ ਕਰਦੀ ਹੈ। ਫਰਕ ਇਹ ਹੈ ਕਿ ਮੋਹਰਾਂ ਦੁਲਹਨ ਲਈ ਹੈ ਤੇ ਤੁਰੀਆਂ ਯਹੂਦੀਆਂ ਵਾਸਤੇ। ਆਮੀਨ, ਹਾਲੇਲੂਇਆ। ਇਹ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਲਿਆ ਨਾ ਵੀ ਜੋ ਕੁਛ 7ਵੀਂ ਤੁਰੀ ਚ ਹੁੰਦਾ ਉਹ 7ਵੀਂ ਮੋਹਰ ਚ ਬੀਤਦਾ ਹੈ।
ਉਹੀ ਚੀਜ਼ ਜਿੱਦਾਂ ਉਹਨੇ ਲਿਖਿਆ ਨਾ ਕਿ ਫਿਰ 7ਵੇਂ ਦੂਤ ਨੇ ਤੁਰੀ ਵਜਾਈ ਤਾਂ ਸੁਰਗ ਵਿੱਚ ਇੱਕ ਵੱਡੀ ਆਵਾਜ਼ ਆਖਦਿਆਂ ਇਹ ਆਈ। ਬੜੀ ਖਾਸ ਚੀਜ਼ ਹੈ ਦੇਖਣ ਵਾਲੀ, ਥੋੜਾ ਬਾਈਬਲ ਤੇ ਧਿਆਨ ਦਿਓ। ਜਾਂ ਫਿਰ 7ਵੇਂ ਦੂਤ ਨੇ ਤੁਰੀ ਵਜਾਈ ਤਾਂ ਸਵਰਗ ਵਿੱਚ ਵੱਡੀ ਆਵਾਜ਼ ਇਹ ਆਖਦਿਆਂ ਆਈ, ਜਗਤ ਦਾ ਰਾਜ ਸਾਡੇ ਪ੍ਰਭੂ ਦਾ ਅਤੇ ਉਹਦੇ ਮਸੀਹ ਦਾ ਹੋ ਗਿਆ ਹੈ। ਆਮੀਨ। ਜਗਤ ਦਾ ਰਾਜ ਸਾਡੇ ਪ੍ਰਭੂ ਦਾ ਅਤੇ ਉਹਦੇ ਮਸੀਹ ਦਾ ਹੋ ਗਿਆ ਹੈ। ਆਮੀਨ। ਇਹ ਕੀ ਹੁੰਦਾ? 7ਵੀਂ ਤੁਰੀ ਜਦੋਂ ਵੱਜਦੀ ਹੈ ਤੇ ਤਮਾਮ ਖਤਮ ਹੋ ਜਾਂਦਾ, ਸਭ ਕੁਝ ਖਾਤਮਾ। 7ਵੀਂ ਤੁਰੀ ਤੋਂ ਪਹਿਲਾਂ 6ਵੀਂ ਮੋਹਰ ਚੱਲਦੀ ਹੈ। 6ਵੀਂ ਮੋਹਰ ਨਿਆਮ, ਅਸੀਂ 6ਵੀਂ ਮੋਹਰ 'ਚ ਰਹਿ ਰਹੇ ਹਾਂ। 6ਵੀਂ ਮੋਹਰ ਵੀ ਚਾਲੂ ਆ ਨਾਲ ਨਾਲ। ਆਮੀਨ। ਤੇ 6ਵੀਂ ਮੋਹਰ ਇੱਕ ਨਿਆਮ ਆ ਤੇ 7ਵੀਂ ਤੁਰੀ ਜਿਹੜੀ ਉਹ ਵੀ ਇੱਕ ਨਿਆਮ ਆ। 7ਵੀਂ ਤੁਰੀ ਯਹੂਦੀਆਂ 'ਚ ਮਸੀਹ ਦਾ ਉਤਰਨਾ ਵਾ। ਆਮੀਨ। 7ਵੀਂ ਮੋਹਰ ਦੁਲਹਨ ਵਿੱਚ ਮਸੀਹ ਦਾ ਉਤਰਨਾ। ਨਹੀਂ ਸਮਝੇ ਇਸ ਗੱਲ ਨੂੰ? 7ਵੀਂ ਤੁਰੀ ਯਿਸੂ ਦਾ ਇੱਕ ਤੁਰੀ ਫੂਕੀ ਜਾਂਦੀ ਹੈ, ਜਿੱਦਾਂ ਯੂਸਫ ਜਦੋਂ ਆਉਂਦਾ ਸੀ ਨਾ ਤੇ ਅੱਗੇ ਅੱਗੇ ਤੁਰੀ ਫੂਕੀ ਜਾਂਦੀ, ਯੂਸਫ ਆ ਰਿਹਾ ਹੈ ਤਿਆਰ ਹੋ ਜਾਓ। ਤਾਂ ਇਸ ਤਰ੍ਹਾਂ 7ਵੀਂ ਤੁਰੀ ਜਦੋਂ ਇੱਕ ਨਰਸਿੰਘਾ ਫੂਕਿਆ ਜਾਂਦਾ, ਮਸੀਹ ਆਉਂਦਾ। ਜਦੋਂ ਮਸੀਹ ਆਉਂਦਾ ਤੇ ਫਿਰ ਉਹ ਆਪਣੇ ਇਸਰਾਏਲੀ ਯਹੂਦੀਆਂ ਵਿੱਚ ਆਪਣੀ ਪਹਿਚਾਣ ਕਰਾਉਂਦਾ। ਆਮੀਨ। ਤੇ ਇਹਦੇ ਵਿੱਚ ਧਰਤੀ ਦੇ ਸਾਰੇ ਸਭ ਕੁਛ ਦਾ ਖਾਤਮਾ ਹੁੰਦਾ ਹੈ। ਕਹਿੰਦਾ ਫਿਰ ਉਹ ਦੂਤ ਵੱਡੀ ਆਵਾਜ਼ ਨਾਲ ਬੋਲਦਾ ਕਿ ਹੁਣ ਜਗਤ ਦਾ ਰਾਜ ਸਾਡੇ ਮਸੀਹ ਦਾ ਹੋ ਗਿਆ। ਜਗਤ ਦਾ ਰਾਜ ਸਾਡੇ ਮਸੀਹ ਦਾ ਹੋ ਗਿਆ ਹੈ। ਆਮੀਨ। ਜਗਤ ਦਾ ਰਾਜ। ਆਮੀਨ। ਜਦੋਂ 7ਵੀਂ ਤੁਰੀ ਹੁੰਦੀ ਹੈ ਤੇ ਖਾਤਮਾ ਹੁੰਦਾ ਹੈ। ਆਮੀਨ। ਤੇ ਮਸੀਹ ਦਾ ਰਾਜ ਹੁੰਦਾ ਹੈ ਤੇ ਜੋ ਕੁਛ ਉੱਥੇ ਹੁੰਦਾ ਉਹੀ 7ਵੀਂ ਮੋਹਰ ਨਾਲ ਹੁੰਦਾ। ਸਮਝ ਨਹੀਂ ਲੱਗਦੇ ਮੈਨੂੰ, ਹਨਾ? ਨਹੀਂ ਤੇ ਆਮੀਨ ਨਿਕਲਣਾ ਸੀ ਤੁਹਾਡੇ ਮੂੰਹ ਚੋਂ ਵੀ ਹਾਂ ਤੇ ਅਸੀਂ ਸਮਝ ਗਏ ਤੇ ਥੋੜਾ ਟੇਸਟ ਆਉਣਾ, ਲੇਕਿਨ ਆ ਨਹੀਂ ਰਿਹਾ ਕਿਉਂਕਿ ਤੁਸੀਂ ਇਸ ਗੱਲ ਨੂੰ ਸਮਝ ਨਹੀਂ ਰਹੇ। ਸਮਝ ਨਹੀਂ ਗਏ? ਆਮੀਨ। ਹਾਲੇਲੂਇਆ। ਹਾਲੇਲੂਇਆ। ਕਿੱਦਾਂ ਵਾਲਾ 7ਵੀਂ ਤੁਰੀ 'ਚ ਕਹਿੰਦਾ ਜਾਂ 7ਵੇਂ ਦੂਤ ਨੇ ਤੁਰੀ ਵਜਾਈ ਤਾਂ ਇੱਕ ਸਵਰਗ 'ਚ ਵੱਡੀ ਆਵਾਜ਼ ਹੋਈ। ਉਹ ਆਵਾਜ਼ ਕੀ ਕਹਿ ਰਹੀ ਆ? ਸਾਰੇ ਜਗਤ ਦਾ, ਸੰਸਾਰ ਦੇ ਵਿੱਚ ਰਾਜ ਕਿਹਦਾ ਹੋ ਗਿਆ? ਮਸੀਹ ਦਾ। ਮਸੀਹ ਦਾ ਰਾਜ ਹੋ ਜਾਂਦਾ। 7ਵੀਂ ਤੁਰੀ ਨਾਲ ਧਰਤੀ ਤੇ ਰਾਜ ਕਿਹਦਾ ਹੋ ਜਾਂਦਾ? ਮਸੀਹ ਦਾ। ਇਸਰਾਏਲ ਵਿੱਚ ਮਸੀਹ ਦਾ ਰਾਜ ਹੋ ਜਾਂਦਾ। ਆਮੀਨ। 7ਵੀਂ ਤੁਰੀ 'ਚ ਮਸੀਹ ਦਾ ਰਾਜ ਕਿੱਥੇ ਹੋ ਜਾਂਦਾ? ਇਸਰਾਏਲ ਵਿੱਚ ਮਸੀਹ ਦਾ ਰਾਜ ਤੇ ਸਾਰਾ ਸਾਫ਼ ਕਰ ਦਿੱਤਾ ਜਾਂਦਾ। ਮਸੀਹ ਦਾ ਰਾਜ ਹੋ ਜਾਂਦਾ। ਇਹ ਇਸੇ ਚੀਜ਼ ਨੂੰ 7ਵੀਂ ਮੋਹਰ ਨਾਲ ਜੋੜੋ। ਬੋਲਦੇ ਨਹੀਂ? ਆਮੀਨ। ਕੀ ਕਰ ਰਹੇ ਬਾਰ ਬਾਰ, ਕਦੀ ਕੋਈ ਟੁੱਟ ਜਾਂਦਾ, ਕਦੀ ਕੋਈ ਟੁੱਟ ਜਾਂਦਾ ਨਾ। ਆਮੀਨ। ਇਹ ਚੀਜ਼ ਨੂੰ ਹੁਣ ਤੁਸੀਂ 7ਵੀਂ ਮੋਹਰ ਨਾਲ ਜੋੜੋ। ਕਿੱਦਾਂ ਭਲਾ? ਤੇ 7ਵੀਂ ਮੋਹਰ ਹੁੰਦੀ ਆ ਤੇ ਫਿਰ ਸਭ ਕੁਝ ਖਤਮ ਹੋ ਜਾਂਦਾ। 7ਵੀਂ ਮੋਹਰ ਜਦੋਂ ਹੁੰਦੀ ਆ ਤੇ ਸਭ ਕੁਝ ਖਤਮ ਹੋ ਜਾਂਦਾ ਤੇ ਮਸੀਹ ਦਾ ਰਾਜ ਹੋ ਜਾਂਦਾ। ਭੈਣ ਪੰਮੀ ਬਈ ਖਾਣੂ ਨਾ ਮੂੰਹ ਕਰੋ, ਬੜੀ ਸੁਣਨ ਵਾਲੀ ਗੱਲ ਹੈ। ਇਹਨੂੰ ਫਿੱਟ ਬਿਠਾਓ। ਇਹਨੂੰ ਜਦੋਂ ਬਿਠਾਓਗੇ ਤੁਹਾਨੂੰ ਫਿਰ ਕੁਛ ਲੱਭੇਗਾ ਵੀ। ਆਮੀਨ। ਲਿਖਿਆ ਫਿਰ 7ਵੇਂ ਦੂਤ ਨੇ ਤੁਰੀ ਵਜਾਈ ਤਾਂ ਸਵਰਗ ਵਿੱਚ ਇੱਕ ਵੱਡੀ ਆਵਾਜ਼ ਆਖਦੇ ਇਹ ਸੁਣੀ। ਚੁਣਨਾ ਕਹਿੰਦਾ ਇਹ ਸੁਣੀ ਕਿ ਸੰਸਾਰ ਦਾ ਰਾਜ ਖਤਮ ਹੋ ਗਿਆ ਤੇ ਹੁਣ ਕਿਹਦਾ ਰਾਜ ਆ ਗਿਆ? ਮਸੀਹ ਦਾ। ਇਹ ਚੀਜ਼ ਨੂੰ 7ਵੀਂ ਮੋਹਰ ਨਾਲ ਜੋੜੋ। ਜਾਂ ਉਹਨੇ 7ਵੀਂ ਮੋਹਰ ਤੋੜੀ ਤਾਂ ਇੱਕ ਵੱਡੀ ਆਵਾਜ਼ ਆਈ ਬਈ ਮਸੀਹ ਦਾ ਰਾਜ ਹੁਣ ਧਰਤੀ ਤੇ ਮਸੀਹ ਦਾ ਰਾਜ ਹੋ ਗਿਆ ਤੇ ਜਗਤ ਦਾ ਰਾਜ ਖਤਮ। ਹੁਣ ਉਸ ਰਾਜ ਨੂੰ ਇਸ ਰਾਜ ਵਿੱਚ ਕਿੱਦਾਂ ਫਿੱਟ ਕਰਾਂਗੇ? 7ਵੀਂ ਮੋਹਰ ਵਿੱਚ ਕਿੱਦਾਂ ਫਿੱਟ ਕਰਾਂਗੇ?
7ਵੀਂ मोहर प्रभु यीशु प्रकाश की पोथी 10 चैप्टर है ना। जो यीशु एक पोथी लैके हेठ आ जाता, जो वो पोथी असी खाने ते साडे अंदर किहदा राज हो जाता, होया कि नहीं होया। जो पोथी खाण नाल हुंदा, पोथी सुनन नाल, पोथी खाण नाल हुंदा, गल्लां करन नाल नहीं हुंदा। आमीन, समझ लगी ना। जो असी पोथी खाते हैं तो राज मसीह दा हो जाता है। आमीन, है ना। फिर साडे विच गंद मंद खत्म, संसार खत्म, झूठ खत्म। ये पोथी ने नवा जन्म कर देना। ये पोथी नवा जन्म लैके आउंदी है। जिहड़ी स्वर्ग तो पोथी आउंदी है, ये नवा जन्म लैके आउंदी है। की नवा जन्म होया कि संसार साडे विचों खत्म हो गया, वो पुराना जीवन साडे चों खत्म हो गया कि नहीं होया। आमीन, कि पुराना जीवन साडे विचों खत्म होया कि नहीं होया। ध्यान दियो, होया कि नहीं होया। गंदमंद निकल गया, अवारागर्दी खत्म होई कि नहीं होई, झूठ बोलना खत्म होया, गंद बोलना सुनना खत्म होया कि नहीं होया। ये आ राज साडे अंदर मसीह दा हो जाता। 7वीं मोहर दुल्हन के अंदर मसीह दा राज हो जाता है ना। वो कहंदा 7वीं, तो दोबारा पढ़ के देखो 15 आयत नूं, 11-15 आयत। फिर 7वें दूत ने तुरी बजाई, इधर भी 7वां दूत है, 7वीं मोहर विच भी 7वां दूत है, 7वीं तुरी विच भी उधर दा 7वां दूत है। ठीक है जी। फिर 7वें दूत ने तुरी बजाई, स्वर्ग विच वड्डी आवाज ये आखदे सुनी, जगत दा राज जिहड़ा सी किहदा हो गया सन, हुण प्रभु दा हो गया। वही चीज 7वीं मोहर, जब तुसी प्रकाश दी पोथी 10 चैप्टर दी 3 आयत पढ़ के देखो, 3 चैप्टर 3 आयत नूं, तां ओने वड्डी आवाज नाल, असीं उत्थे भी देख रहे कि वड्डी आवाज आई है ना। 7वीं तुरी विच भी एक स्वर्ग तो वड्डी आवाज सुनी जो उन्होंने। इधर 7वीं मोहर जो आउंदी, उत्थे भी एक वड्डी आवाज आउंदी है। दोबारा पढ़िए सुनो 3 आयत नूं। तो उसने वड्डी आवाज नाल इउं पुकारिया, ओ बब्बर शेर जो अंदर आउंदा ते झूठ नूं भजा दिंदा, गंद नूं भजा दिंदा, गालां नूं भजा दिंदा, जो तुहाडे खतरे सब दूर हो जांदे, मसीह दा हो जांदा। ते बॉडी मसीह दी हो जांदी, ते शरीर मसीह दा हो जांदा। तुसीं जो ध्यान दिओ कि मसीह दे होए कि नहीं, साडे अंदर मसीह दा राज होया कि नहीं होया। क्योंकि 7वीं मोहर दुल्हन दे अंदर मसीह दा राज हो जाता। ताकि तुसी बार बार दुआ करोगे, बाइबल पढ़ोगे, मैसेज पढ़ोगे, तैयारी करोगे स्वर्ग जाने की, क्योंकि तुहाडे अंदर मसीह दा राज हो जाता है। आमीन। सारा गंदमंद खत्म, झगड़े खत्म, ईर्खा खत्म, चुगलियां खत्म, है ना, सड़ू बड़ू करना खत्म हो जाता। एक आनंद आ जाता जदों कि साडे अंदर प्रभु यीशु मसीह आ जाता। आमीन। हुण देखो ये जिहड़ियां 7वीं तुरी है, जो 7वीं तुरी हुंदी है, मसीह आउंदा ते मसीह दे अगे इसराइल दे नाल अमेरिका ते रोम जुड़े हुए हैं। जो मसीह 7वीं तुरी हुंदी है ते अगे अमेरिका ते रोम ਉਹਦੇ ਨਾਲ जुड़े हुए। आमीन। ते रोम ਜਿਹੜਾ ਉਹ ਠੱਗੀ ਮਾਰਨ ਵਾਸਤੇ जुड़िया ਹੋਇਆ है ना। ਤੁਸੀਂ ਦੇਖਿਆ ਨਾ, जो पोप ਜਿਹੜਾ ਵਾ ਉਹ ਲੱਲੋ ਪੱਤੋ ਦੀਆਂ ਗੱਲਾਂ ਕਰਕੇ ਤੇ ਇਸਰਾਇਲ ਨੂੰ ਮੋਹ ਲੈਂਦਾ ਕਿ ਮੈਂ ਤੁਹਾਡੀ ਹੈਕਲ ਬਣਾ ਦੇਣਾ ਵਾ। ਆਮੀਨ। ਮੈਂ ਤੁਹਾਡੀ ਹੈਕਲ ਬਣਾ ਦੇਣਾ ਵਾ। ਤੁਸੀਂ ਇੰਨੇ ਚਿਰ ਤੋਂ ਡਏ ਆ ਨਾ। ਅਮਰੀਕਾ ਦੀ ਵੀ ਕੋਸ਼ਿਸ਼ ਹੈ ਕਿ ਇਸਰਾਇਲ ਦੀ ਹੈਕਲ ਬਣ ਜਾਵੇ, ਰੋਮ ਦੀ ਵੀ ਕੋਸ਼ਿਸ਼ ਹੈ ਕਿ ਹਾਂ ਉਹ ਹੈਕਲ ਬਣ ਜਾਵੇ, ਤੇ ਅਮਰੀਕਾ ਦੇ ਵੀ ਖਿਆਲ 'ਚ ਇਹੀ ਹੈ ਕਿ ਫਿਰ ਇਸਰਾਇਲ ਦੇਸ਼ ਮੇਰੇ ਹੱਥ ਵਿੱਚ ਆ ਜਾਏਗਾ। ਤਾਂ ਉਹ ਬੜਾ ਅਮੀਰ ਦੇਸ਼ ਹੈ, ਪੈਸੇ ਵਾਲਾ ਵਾ, ਸੋਨੇ ਵਾਲਾ, सोना
ਤੇ ਦੌਲਤ ਸਾਰੀ ਜੇ ਹੈਗੀ ਤੇ ਕਿਤੇ ਆ ਇਸਰਾਇਲ ਕੋਲ। ਇਸ ਕਰਕੇ ਇਹਨਾਂ ਦੇਸ਼ਾਂ ਦਾ ਧਿਆਨ ਹੈ, ਇਹ ਦੇਸ਼ ਸਾਡੇ ਹੱਥ ਵਿੱਚ ਆ ਜਾਏ। ਰੋਮ ਦਾ ਖਿਆਲ ਹੈ ਕਿ ਇਹ ਦੇਸ਼ ਮੇਰੇ ਹੱਥ ਵਿੱਚ ਆ ਜਾਏ। ਆਮੀਨ। ਔਰ ਜਦੋਂ ਪ੍ਰਭੂ ਯਿਸੂ ਮਸੀਹ ਆਉਂਦਾ, ਅਮਰੀਕਾ ਨੂੰ ਖਤਮ ਕਰਦਾ, ਰੋਮ ਨੂੰ ਵੀ ਖਤਮ ਕਰਦਾ, ਔਰ ਫਿਰ ਇਸਰਾਇਲ ਵਿੱਚ ਆਪਣਾ ਤਖਤ ਲਗਾ ਲੈਂਦਾ। ਫਿਰ ਉਹ ਆਪ ਆਣ ਕੇ ਉੱਥੇ ਰਾਜ ਕਰਦਾ। ਬਰਬਾਦੀ ਹੋ ਜਾਂਦੀ। ਅਮਰੀਕਾ ਖਤਮ, ਰੋਮ ਖਤਮ, तमाम ਦੁਨੀਆ ਖਤਮ। ਯਿਸੂ ਦਾ ਰਾਜ ਕਹਿਣਗੇ ਸਾਡੇ ਮਸੀਹ ਦਾ ਰਾਜ ਹੋ ਗਿਆ। ਜਗਤ ਦਾ ਰਾਜ ਸਮਾਪਤ ਹੋ ਗਿਆ, ਹੁਣ ਸਾਡੇ ਮਸੀਹ ਦਾ ਰਾਜ ਇਸ ਧਰਤੀ ਤੇ ਆ ਗਿਆ। ਆਮੀਨ। ਇਸ ਤਰ੍ਹਾਂ ਸਤਵੀਂ ਮੋਹਰ ਕਰ ਦਿੰਦੇ। ਹਾਲੇਲੂਇਆ। ਸਤਵੀਂ ਮੋਹਰ ਜਦੋਂ ਆਉਂਦੀ ਹੈ ਤੇ ਉਹ ਸਾਡੇ ਜੀਵਨ ਵਿੱਚ ਉਤਰਦੀ ਹੈ। ਸਤਵੀਂ ਮੋਹਰ ਯਿਸੂ ਦੀ ਆਮਦ ਹੈ। ਆਮੀਨ। ਤਾਜੀ ਜਾ ਕੇ ਮੈਂ ਇੱਕ ਦਿਨ ਗੱਲ ਕਰ ਰਿਹਾ ਸੀ ਕਿ ਕਿੰਨੇ ਲੋਕ ਨੇ ਜਿਹੜੇ ਕਹਿੰਦੇ ਆ ਕਿ ਅਜੇ ਮਸੀਹ ਨਹੀਂ ਆਇਆ। ਮੈਂ ਸੰਜੀਵ ਭਾਈ ਨਾਲ ਗੱਲ ਕਰ ਰਿਹਾ ਸੀ ਕਿ ਬ੍ਰਦਰ, ਉਹ ਜਿਹੜੀ ਔਰਤ ਹੈ ਜਿਹਦੇ ਪਿੱਛੇ ਰੋਮ ਉਹ ਲਾਲ ਅਜਗਰ ਪੈ ਜਾਂਦਾ ਵਾ, ਕਿ ਉਹ ਕੌਣ ਹੈ? ਤੇ ਫਿਰ ਉਹਦੀ ਕੁੱਖੇ ਬੱਚਾ ਵੀ ਹੈ। ਆਮੀਨ। ਜੇ ਸ਼ਾਦੀ ਨਹੀਂ ਹੋਈ, ਲਾੜਾ ਨਹੀਂ ਆਇਆ, ਬੱਚਾ ਕੁੱਖੇ ਕਿੱਦਾਂ? ਜਿਹੜੇ ਲੋਕ ਕਹਿੰਦੇ ਨਹੀਂ ਆਮਦ ਨਹੀਂ ਹੋਈ, ਦੁਲਹਨ ਜਦੋਂ ਉਠਾਈ ਜਾਂਦੀ ਉਹਦੀ ਕੁੱਖੇ ਬੱਚਾ ਵਾ। ਉਹ ਬੱਚਾ ਕੀ? ਵਚਨ। ਉਹ ਵਚਨ ਕੀ ਹੈ? ਯਿਸੂ ਉਹਦੇ ਅੰਦਰ, ਯਿਸੂ ਆ। ਆਮੀਨ। ਉਹਦੇ ਅੰਦਰ ਲੜਕੀ ਨਹੀਂ ਆ, ਮੁੰਡਾ ਵਾ। ਦੱਸਿਆ ਮੁੰਡਾ ਜਣਨ ਵਾਲੀ। ਆਮੀਨ। ਉਹ ਮੁੰਡਾ ਜਣਨ ਵਾਲੀ ਹੈ। ਪ੍ਰਕਾਸ਼ ਦੀ ਪੁੱਤਰੀ ਜਦੋਂ 12 ਚੈਪਟਰ ਪੜ੍ਹਦੇ ਜੇ, ਲਿਖਿਆ ਲਾਲ ਅਜਗਰ ਜਿਹੜਾ ਉਹਦੇ ਪਿੱਛੇ ਪੈ ਜਾਂਦਾ ਕਿ ਉਸ ਔਰਤ ਨੂੰ ਖਤਮ ਕਰ ਦਿੱਤਾ ਜਾਵੇ। ਆਮੀਨ। ਉਸ ਔਰਤ ਨੂੰ ਖਤਮ ਕਰ ਦਿੱਤਾ ਜਾਵੇ। ਉਹ ਔਰਤ ਕੌਣ ਹੈ? ਦੁਲਹਨ। ਉਹਦੀ ਕੁੱਖੇ ਕੌਣ ਹੈ? ਇੱਕ ਮੁੰਡਾ ਵਾ, ਹੈ ਨਾ। ਉਹ ਮੁੰਡਾ ਕਿੱਥੋਂ ਆ ਗਿਆ? ਜੇ ਵਿਆਹ ਨਹੀਂ ਹੋਇਆ, ਸ਼ਾਦੀ ਨਹੀਂ ਹੋਈ। ਜੀ ਅਸੀਂ ਕਹਿੰਦੇ 28 ਨੂੰ ਸ਼ਾਦੀ ਹੋਈ ਹੈ। ਉਹ ਸ਼ਾਦੀ ਕਿਤੇ ਨਾ ਹੋਈ ਜੇ ਮਸੀਹ ਨਹੀਂ ਆਇਆ। ਤੇ ਉਹ ਮਸੀਹ ਆਇਆ ਤੇ ਉਹਦਾ ਰਾਜ ਸਾਡੇ ਜੀਵਨ 'ਚ ਹੈ। ਉਹਦਾ ਰਾਜ ਚੱਲ ਰਿਹਾ। ਅੱਜ ਉਹਦਾ ਰਾਜ ਹੋ ਗਿਆ ਹੈ ਨਾ। ਅਸੀਂ ਹੁਣ ਸਿਨੇਮਾ ਪਿੱਛੇ ਨਹੀਂ ਦੌੜਦੇ, ਅਸੀਂ ਸਿਗਰਟਾਂ ਪਿੱਛੇ ਨਹੀਂ ਦੌੜਦੇ, ਅਸੀਂ ਕਿਸੇ ਨਸ਼ੇ ਪਿੱਛੇ ਨਹੀਂ ਦੌੜਦੇ, ਕਿਉਂਕਿ ਮਸੀਹ ਦਾ ਰਾਜ ਸਾਡੇ ਜੀਵਨ 'ਚ ਹੋ ਗਿਆ ਕਿ ਨਹੀਂ ਹੋ ਗਿਆ। ਇਹ ਤੁਸੀਂ ਹੁਣ ਦੇਖੋ, ਗੱਲਾਂ ਹੀ ਨਾ ਕਰ ਦਈਏ, ਇਹ ਸੋਚੀਏ ਕਿ ਕੀ ਸੱਚਮੁੱਚ ਮੇਰੀ ਜ਼ਿੰਦਗੀ 'ਚ ਯਿਸੂ ਦਾ ਰਾਜ ਹੋ ਗਿਆ? ਮੇਰੀ ਜ਼ਿੰਦਗੀ 'ਚ ਸੰਸਾਰ ਖਤਮ ਹੋ ਗਿਆ? ਮੇਰੀ ਜ਼ਿੰਦਗੀ 'ਚੋਂ ਗੰਦਮੰਦ ਖਤਮ ਹੋ ਗਿਆ? ਮੇਰੀ ਜ਼ਿੰਦਗੀ 'ਚੋਂ ਲੋਫਰਪਣਾ ਖਤਮ ਹੋ ਗਿਆ? ਮੇਰੀ ਜ਼ਿੰਦਗੀ 'ਚੋਂ ਸਾਰਾ ਦਿਨ ਗੰਦਮੰਦ ਵਿੱਚੋਂ ਨਿਕਲ ਗਿਆ? ਫਿਰ ਉਹਦਾ ਰਾਜ ਸਾਡੀ ਜ਼ਿੰਦਗੀ 'ਚ ਹੋ ਗਿਆ। ਕਿਉਂਕਿ ਇੱਕ ਰਾਜ ਕਾਇਮ ਹੁੰਦਾ। ਸਤਵੀਂ ਤੁਰੀ ਦੇ ਨਾਲ ਸਭ ਕੁਝ ਖਤਮ ਹੁੰਦਾ ਵਾ ਤੇ ਯਿਸੂ ਦਾ ਰਾਜ ਸ਼ੁਰੂ ਹੁੰਦਾ ਵਾ। ਆਮੀਨ। ਤੁਸੀਂ ਤੁਰੀਆਂ ਦਾ ਪਰਬ ਸਾਡੇ ਕੋਲ ਇੱਕ ਸੰਦੇਸ਼ ਹੈ, ਉਹਦੇ ਵਿੱਚੋਂ ਅਸੀਂ ਇੱਕ ਪੈਰਾ ਪੜ੍ਹਨਾ ਚਾਹੁੰਦੇ ਹਾਂ। ਇੰਨਾ ਬੜਾ ਵਚਨ ਵਿੱਚ ਪੜਿਆ ਨਹੀਂ ਗਿਆ। ਕੌਣ ਕਰ ਰਿਹਾ? ਸਾਰੇ ਦਾ ਸਾਰਾ ਪੜਿਆ ਜੇ ਵਿੱਚ ਵਧੀਆ। ਹਾਂ ਬਿਲਕੁਲ ਹੈ। ਇਹਦੇ 123 ਨੰਬਰ ਪੈਰਾ ਵਾ, ਪੜ੍ਹਦੇ ਹਾਂ ਅਸੀਂ। ਆਮੀਨ। याद रखियो सी की पढ़ते हैं। 123 नंबर पैरा। अब ध्यान दें कि वचन की निरंतरता बिल्कुल एक सी रहती है। आमीन। वचन की निरंतरता बिल्कुल एक सी रहती है। सातवीं तुरी इस्राएल के लिए ठीक वैसे ही है जैसे सातवीं मोहर कलीसिया के लिए है। समझ लगी ना? सतवीं मोहर कलीसिया लिया और सतवीं तुरी जरिया
ਉਹ ਇਸਰਾਏਲੀਆਂ ਵਾਸਤੇ ਹੈ। ਨਬੀ ਨੇ ਤੁਰੀਆਂ ਦਾ ਪਰਬ ਸੰਦੇਸ਼ ਜਿਹੜਾ ਉਹਦੇ ਵਿੱਚ ਉਹਨੇ ਬਿਆਨ ਕੀਤਾ 123 ਨੰਬਰ ਪੈ। तो सतवीं तुरी सतवीं मोहर का पैटर्न है, परछावां तस्वीर है। जो कुछ हुंदा वा सतवीं तुरी विच जदों यीशु आउंदा इस्राएल विच, इस तो पहला दो गवाह आ चुके ने। छेवीं मोहर चल रही होएगी, सर्वनाश चल रहा होगा, है ना? आमीन। तो तादी जाके जो सर्वनाश हुंदा तादी मसीह दा राज शुरू हुंदा ना। छेवीं मोहर चल रही होगी और धरती का नाश हो रहा होगा और अमेरिका रह गया, रोम रह गया, बाकी कुछ देश ने सारे देशों को इसराइल में बुला लेंदा खुदा अरमीगदौन में सबना उथे बुला लेंदा खुदा। पहला रूस नूं भी उहदे दुआले ले आउंदा खुदा, फिर सारे देशों नूं उहदे दुआले ले आउंदा, फिर खुदा खुद लड़दा, फिर अपने देश लिए खुद लड़दा। बोलते नहीं, फिर इसराइली खुद खुदा लड़दा। फिर वो कहता कि मैं फिर विरासतां तो फड़ांगा रूस दियां तो उन्होंने खत्म कर देंगा, अमेरिका नूं फड़ांगा खत्म कर देंगा, रोम नूं फड़ांगा खत्म कर देंगा। पहला उन्होंने आ लियाएगा इकट्ठा करके। तुसीं जदों किते पढ़ना होवे ना इनू ते तुसीं हिजकियल 38 चैप्टर नूं पढ़ के देखो, ਉਹਦੇ ਵਿੱਚ सारा दस्सिया भी किन्ने देश हो देश के दुआले पहला इकट्ठे करेगा खुदा और फिर उन्होंने अपने हथ नाल बर्बाद करेगा। आमीन। तद ये जदों यीशु सतवीं तुरी दे समय यीशु हेठां आउंदा वा ते छेवीं मोहर चल रही है, न्याय चल रहा वा। आमीन। न्याय चल रहा, सर्वनाश चल रहा, दुनिया बर्बाद हो रही है, जंग छड़े हुए ने और इत्थे एक झगड़ा चल रहा। भई यहूदी कह रहे ने कि साडी इत्थे हैकल आ, मुसलमान कहते ने इत्थे साडी मसीत वा। है तो हैकल ही सी, लेकिन जदों सन 70 विच खुदा ने श्राप दे दिता यहूदियां नूं और हैकल साड़ दी, टाइटस पातशाह ने अग ला के सन 70 विच सारा तबाह कर दिता। वो जिहड़ी हैकल सी वो टट गई। बोलदे नहीं हालेलुया। हैकल ढा दी, अग ला दी, सब कुछ जला दिता। जो सब कुछ सड़ गया, हुण उत्थे कुछ रह नहीं गए ने, इतना पत्थर ते रह गए सी। तो फिर वो मुसलमाना ने उत्थे कब्जा कर लिया। हुण जदों हैकल बनेगी, ये जदों मसीत ढठेगी, उत्थे फिर एक जिहड़ा नेम दा संदूक चमका मार लग पेगा। उसे नेम दा संदूक है थले, वही गवाही होगी, है ना? वो गवाही मंगणगे मुसलमान भी दसो तुहाडे को की गवाही है। आमीन। तुहाडे कोल सबूत की है? आमीन। तुहाडे कोल की सबूत है कि तुहाडे कोल की सबूत है? The number you have dialed is currently busy. Please try later. आपके द्वारा डायल किया गया नंबर अभी व्यस्त है, कृपया कुछ समय पश्चात प्रयास करें। ਤੁਹਾਡੇ द्वारा डायल किया गया नंबर इस समय व्यस्त है, कृपा करके थोड़ी देर बाद कोशिश करो। लगा होया नंबर किदा लाओगे? दो लगी हुई है, नवे पिंड वाले दोनों ही नवे पिंड बिट्टू का ला दो, ला दो। ठीक है। हाँ जी आउंडे। ठीक है। मैं की गल कर रहे सी? मुसलमान कहेंगे तुहाडे कोल की निशानी आ? तो उत्थे हेठां ही नेम दा संदूक जिरमिया ने सुरंग बना के लुकाया होया। वो फिर वो नेम दा संदूक दसेगा कि हाँ इत्थे हैकल ही। आमीन। हालेलुया। फिर सारी निशानियां मिल जाणगियां। तो रोम जिहड़ा ये ते जाके इसराइलियों को कहेगा कि The person you are speaking with has put your call on hold.
प्लीज स्टे ऑन द लाइन। मेरे नाल जुड़ो, आप मेरे जिस नाल मेरे व्यक्ति हो से जाओ। बात कर रहे हैं उसने आपकी कॉल को होल्ड पर रखा है, कृपया लाइन पर बने रहें। ਤੁਸੀਂ ਜਿਸ ਵਿਅਕਤੀ ਨਾਲ ਗੱਲ ਕਰ ਰਹੇ हालेलुया, हालेलुया। रोम कहेगा पोप जाके पोप का की ध्यान है ना, बाइबल च सारा तुसीं पढ़दे हो संदेशां राहीं कि रोम का ध्यान ਉਹਦੇ सोने ते, रोम का ध्यान है इसराइल के पैसे ते। दस्या नबी ने कहा जदों ਉਹਦਾ पैसा हड़प कर लेगा, ਜਦੋਂ ਉਹਦਾ सोना हड़प कर लेगा तो रस्ते च नेम तोड़ देगा कि मेरे को नहीं ये गल बनी। जो पैसा हड़प कर लेगा, ठीक है ना, लल्लो पत्तों ला के रोम पोप उनका पैसा हड़प कर लेगा और फिर वो कहेगा कि नहीं मेरे को नहीं काम होगा। फिर तो होना प्रभु यीशु ने ही काम करना है ना। एक रात में हैकल बनानी है खुदा, एक दिन में हैकल बनेगी। आमीन। और फिर जो अमेरिका रोम है इनू खुदा नष्ट करता, फिर कहता कि हुण साडे मसीह दा राज धरती ते हो गया है। आमीन। यही पैटर्न जिहड़ा वा जदों तुसीं तुरियां सतवीं तुरी नूं वेखदे हो, सतवीं तुरी जो कुछ हुंदा ओही सतवीं मोहर हुंदा। वो सतवीं मोहर जदों यीशु मसीह उतरदा, एक पोथी लैके उतरदा है ना। यीशु खाली नहीं आ रहा, वो खाली हाथ नहीं आ रहा, एक पोथी लैके आ रहा। वो पोथी दुल्हन की तैयारी, वो पोथी ऐसे वेखने लिए नहीं आ रहा है ना। यूहन्ना ने क्या, यूहन्ना नूं क्या दूत ने, जाओ पोथी लै ला ते ओनू खा ला। पोथी साडे कोल आई काहदे लिए? घर रखण वास्ते नहीं, खाण वास्ते। जिन्नी खाधी जाती ओनू खाओ। उन्होंने खान लग गए पढ़ना है ना, मतलब पढ़न का ही है, मतलब खान का मतलब पढ़ना। पढ़ पढ़ के जो कहती है सैमसिल उन्होंने समझना वा। नहीं जिथों समझ ले, तुसीं कदे भी नहीं अपने पास नाल गल कीती कि अजी सैमसिल पढ़ रहे सी इत्थों समझ नहीं आई सानू, कदे नहीं किसी ने आख्या जद सारा समझी जाते। इदा लगता जिवें तुहानूं सारा समझ ही आ जाता। कदे नहीं किसी ने सवाल किया कि पास्टर जी मैं सैवन सीट पढ़ रही, मैं सैवन सीट पढ़ रहा सी इत्थों जो मैनूं समझ नहीं आई मैनूं दस्सिओ। कदे नहीं किसी ने कहा। इदा लगता जिवें ना सारा समझ ही आता जा रहा, जदों कि चीज़ नूं समझना बड़ा औखा वा। ते सानूं संगना नहीं चाहिए। एक देखो कि पास्टर एक तुहाडी मां भी है, बोलते नहीं, पास्टर एक मां भी है, पास्टर एक पिता भी है, पास्टर एक तुहाडा टीचर भी है। कि तुसीं जदों स्कूल च पढ़दे सी ते तुहानूं किसी सवाल का नहीं सी पता लगता, अपने टीचर नूं पुछदे नहीं सी, सर इहदे बारे समझाओ, है ना। तो इस तरह ही जिहड़ा साडा टीचर भी है, आमीन, पास्टर साडी मां भी है ना। धी अपनी मां नूं पुछ नहीं सकती, बेटा अपनी मां नूं पुछ नहीं सकता कि मां आ रोटी किद्दां खानी है, सब्जी तो मैनूं नज़र नहीं आ रही, तो रोटियां तो नज़र आ रही हैं, तो खानी करना। जे नहीं सब्जी नज़र आती तो पुछदी नहीं है बेटी, बेटा पुछदा नहीं मां नूं, दसी मैं रोटी कद ना खानी है, अज की बनाया वा। हालेलुया। तो झक्का घर मैं गल कर रहा, झक दे के जिहड़ा कोई सवाल हुंदा जिंदगी च पुछना चाहिए अपने पासों। जदों तुसीं पुछोगे तो वैसे ही पासों का ध्यान होएगा कि वाह ये सुन रहे ने, समझ रहे ने, ये पढ़ रहे ने। तो जो तुम कोई सवाल नहीं करते, मैंने पता लगता है उदा ही सिर मार देंगे ने भी पढ़ते हाँ, पढ़ते नहीं गे कुछ भी। जे तुम पढ़ते हो तो सवाल उठन। आमीन, हालेलुया। तो सतवीं मोहर विच प्रभु यीशु मसीह जो उठा एक पोथी लैके आउंदा, इत्थे भी फिर वो कहता कि तो स्वर्ग च एक वड्डी आवाज सुनाई दी, और आवाज की कह रही है, जगत दा राज। पहले साडे अंदर किहदा राज सी? साडे अंदर पहले देवियां दा, देवतियां दा, बाबियां दा, ये वो लटरम पटरम है ना, भूतां दा, दुष्ट आत्मियां दा राज सी। लेकिन जो यीशु की पोथी आई तो पोथी ने नवा जीवन कर दिया, पोथी नवा जीवन कर दिया।
ਇਹ ਪੋਥੀ ਪੁਰਾਣੇ ਜੀਵਨ ਨੂੰ ਖਤਮ ਕਰ ਦਿੰਦੀ ਹੈ। ਇਹ ਪੋਥੀ ਕੀ ਹੈ? ਮਸੀਹ ਦਾ ਆਉਣਾ। ਬੋਲੋ, ਇਹ ਪੋਥੀ ਕੀ ਹੈ? ਮਸੀਹ ਦਾ ਉਤਰਨਾ। ਸਤਵੀਂ ਤੁਰੀ ਕੀ ਹੈ? ਮਸੀਹ ਦਾ ਉਤਰਨਾ। ਮਸੀਹ ਦਾ ਉਤਰਨਾ ਸਭ ਕੁਝ ਨਾਸ਼ ਕਰ ਦਿੰਦਾ। ਸਤਵੀਂ ਮੋਹਰ ਯਿਸੂ ਦਾ ਉਤਰਨਾ ਵਾ। ਜਦੋਂ ਯਿਸੂ ਸਾਡੇ ਜੀਵਨ ਚ ਆ ਜਾਂਦਾ, ਸਭ ਖਤਮ। ਝਗੜੇ, ਈਰਖਾ, ਗਾਲਾਂ, ਚੁਗਲੀਆਂ, ਨਿੰਦਿਆ ਹੋਇਆ ਕਿ ਨਹੀਂ ਹੋਇਆ? ਇੱਥੇ ਵੀ ਜਾਣ ਕੇ ਢਿੱਲੇ ਹੋ ਜਾਂਦੇ ਹਨ। ਹਾਲੇਲੂਇਆ। ਕਹਿੰਦੇ ਸਭ ਰਾਜ ਕਿਹਦਾ ਹੋ ਗਿਆ? ਮਸੀਹ ਦਾ। ਹੁਣ ਤੁਸੀਂ ਕਹੋਗੇ ਵੀ ਉੱਥੇ ਜੇ 7ਵੀਂ ਤੁਰੀ ਚ ਅਮਰੀਕਾ ਨੂੰ ਖਤਮ ਕੀਤਾ ਜਾਂਦਾ, ਰੋਮ ਨੂੰ ਖਤਮ ਕੀਤਾ ਜਾਂਦਾ, ਤੇ ਇਹ 7ਵੀਂ ਮੋਹਰ ਚ ਕਿੱਦਾਂ? ਇਹ ਅਮਰੀਕਾ ਸਾਡਾ ਸਰੀਰ ਹੈ। ਸਾਡੇ ਇਹ ਸੰਸਾਰ ਸਾਡਾ ਸੰਸਾਰ ਜਿਹੜਾ ਵਾ ਸਾਡਾ ਸਰੀਰ ਹੈ, ਔਰ ਇਹ ਅਮਰੀਕਾ ਸਾਡਾ ਸਰੀਰ, ਬਾਹਰ ਦਾ ਚਮੜੀ ਵਾਲਾ ਇਹ ਸਰੀਰ। ਇਹ ਸਰੀਰ ਦੇ ਕੰਮ ਕੀ ਨੇ, ਹੈ ਨਾ, ਜੋ ਅਮਰੀਕਾ ਦੇ ਕੰਮ ਨੇ। ਇਹ ਸਰੀਰ ਅਮਰੀਕਾ ਵਾ। ਹੁਣ ਤੁਸੀਂ ਪੁੱਛੋ, ਅੱਛਾ ਇਹ ਅਮਰੀਕਾ ਤੇ ਸਾਡਾ ਸਰੀਰ ਹੈ ਤਾਂ ਰੋਮ ਸਾਡੇ ਅੰਦਰ ਲਹੂ ਹੈ। ਦੱਸੋ ਨਾ, ਉਹ ਔਰਤ ਇੱਕ ਲਾਲ ਰੰਗ ਦੇ ਪਸ਼ੂ ਤੇ ਬੈਠੀ ਹੋਈ ਹੈ। ਕੈਥੋਲਿਕ, ਰੋਮ, ਲਾਲ ਅਜਗਰ। ਇਹ ਕੀ? ਲਾਲ ਅਜਗਰ ਸਾਡਾ ਲਹੂ ਹੈ ਨਾ। ਸਾਡੇ ਲਹੂ ਦੀ ਤਾਕਤ, ਸਾਡੇ ਅੰਦਰ ਲਹੂ ਸੀ। ਇਹਦੇ ਨਾਲ ਲੜ, ਉਹਦੇ ਨਾਲ ਲੜ, ਲਹੂ ਹੈ ਨਾ। ਵੀ ਮੈਂ ਕੁਛ ਹੈਗਾ, ਮੋਢਿਆਂ ਤੋਂ ਦੀ ਥੁੱਕਣਾ, ਇਹ ਲਹੂ ਦੀਆਂ ਗੱਲਾਂ ਨੇ। ਕਿਉਂ ਭਾਈ ਲੱਖੇ? ਮੈਂ ਨਹੀਂ ਕਿਸੇ ਨੂੰ ਕੁਝ ਸਮਝਦਾ, ਲਹੂ ਦੀਆਂ ਗੱਲਾਂ। ਰੋਮ ਨਹੀਂ, ਲੇਕਿਨ ਯਿਸੂ ਆਉਂਦਾ, ਅਮਰੀਕਾ ਵੀ ਖਤਮ, ਸਰੀਰ ਦੇ ਕੰਮ ਵੀ ਖਤਮ, ਤੇ ਲਹੂ ਵਾਲੀ ਆਕੜ ਵੀ ਖਤਮ। ਹਾਲੇਲੂਇਆ। ਦੇਖੋ ਬੰਦੇ ਦੇ ਅੰਦਰ ਲਹੂ ਹੁੰਦਾ ਤਾਂ ਕਹਿੰਦਾ ਕਿ ਉਹ ਮੈਂ ਕੀ ਸਮਝਣਾ ਕਿਸੇ ਨੂੰ। ਲਹੂ, ਇਹ ਰੋਮ ਖਤਮ ਹੋ ਜਾਂਦਾ, ਅਮਰੀਕਾ ਖਤਮ, ਰੋਮ ਖਤਮ, ਤੇ ਫਿਰ ਰਾਜ ਕਿਹਦਾ ਹੋ ਜਾਂਦਾ? ਹੁਣ ਮਸੀਹ ਦਾ ਰਾਜ ਤੇ ਧਰਤੀ ਤੇ ਨਹੀਂ ਹੋਵੇਗਾ। 1000 ਸਾਲ ਵਿੱਚ ਰਾਜ ਪੂਰੀ ਧਰਤੀ ਤੇ ਯਿਸੂ ਨਹੀਂ ਹੋਵੇਗਾ ਦੁਲਹਨ। ਇੱਕ ਧਰਤੀ ਦੇ ਇੱਕ ਹਿੱਸੇ ਚ ਹੋਵੇਗਾ, ਉਹ ਹੋਵੇਗਾ ਇਸਰਾਇਲ ਚ। ਯਿਸੂ ਦਾ ਰਾਜ ਕਿੱਥੇ ਹੋਵੇਗਾ? ਇਸਰਾਇਲ ਵਿੱਚ। ਇਸਰਾਇਲ ਵਿੱਚ ਉਹਦਾ ਕੀ ਲੱਗੇਗਾ? ਸਿੰਘਾਸਨ। ਬਾਕੀ ਜਿਹੜੇ ਲੋਕ ਹੋਣਗੇ, ਰਾਜ ਤੇ ਉੱਥੋਂ ਹੀ ਸ਼ੁਰੂ ਹੋਏਗਾ। ਮਸੀਹਾ ਦਾ ਰਾਜ ਉੱਥੇ ਹੋਵੇਗਾ, ਸੈਂਟਰ ਵਿੱਚ। ਉਹ ਕੇਂਦਰ ਹੈ। ਇਸਰਾਇਲ ਕੀ ਆ? ਕੇਂਦਰ ਹੈ ਨਾ। ਅੱਜ ਸਾਡਾ ਕੇਂਦਰ ਕਿਹੜਾ? ਦਿੱਲੀ, ਉੱਪਰਲੀ ਸਰਕਾਰ, ਕੇਂਦਰ ਸਰਕਾਰ ਹੈ ਨਾ। ਲੇਕਿਨ ਮਸੀਹ ਵਿੱਚ ਜਿਹੜਾ ਰਾਜ ਆ, ਉਹ ਸਾਡਾ ਕੇਂਦਰ ਇਸਰਾਇਲ ਹੋਵੇਗਾ। ਉਹ ਸਾਡੀ ਰਾਜਧਾਨੀ ਹੋਵੇਗੀ ਉੱਥੇ, ਹੈ ਨਾ। ਆਮੀਨ। ਉਹ ਕੇਂਦਰ ਹੈ ਇਸਰਾਇਲ। 7ਵੀਂ ਮੋਹਰ ਚ ਜਦੋਂ ਯਿਸੂ ਉਤਰਦਾ ਵਾ, ਉਹ ਕਿੱਥੇ ਆ ਜਾਂਦਾ? ਸਾਡੇ ਪ੍ਰਾਣਾਂ ਚ। ਸਮਝ ਲਓ, ਪਰ ਅੰਦਰ ਹੀ ਸਾਡੇ ਇਸਰਾਇਲ ਹੈ। ਸਾਡੇ ਅੰਦਰ ਦਿਲ, ਪ੍ਰਾਣਾਂ ਦੇ ਅੰਦਰ ਯਿਸੂ ਆ ਜਾਂਦਾ ਹੈ। ਫਿਰ ਇਸਰਾਇਲ ਕਿੱਥੇ ਹੋਇਆ? ਸਾਡੇ ਪ੍ਰਾਣ ਇਸਰਾਇਲ। ਬੋਲਦੇ ਨਹੀਂ। ਅਮਰੀਕਾ ਕੀ ਹੈ ਬੋਲਾ? ਬੋਲੋ ਬੋਲੋ ਬੋਲੋ। ਸਰੀਰ। ਰੋਮ ਕੀ ਹੈ? ਇਸਰਾਇਲ ਕੀ ਹੈ? ਉਹ ਸਾਡੇ ਪ੍ਰਾਣ, ਜਿੱਥੇ ਯਿਸੂ ਦਾ ਸਿੰਘਾਸਨ ਲੱਗਦਾ ਹੈ। ਕਿਉਂਕਿ ਉੱਥੇ ਇਸਰਾਇਲ ਵਿੱਚ ਉਹਦਾ ਸਿੰਘਾਸਨ ਲੱਗਦਾ ਹੈ। 7ਵੀਂ ਤੁਰੀ ਚ ਕਹਿੰਦਾ ਉਹਦਾ ਸਿੰਘਾਸਨ ਲੱਗ ਗਿਆ, ਔਰ ਸਾਰੀ ਦੁਨੀਆ ਤੇ ਸੰਸਾਰ ਵਿੱਚ ਰਾਜ ਕਿਹਦਾ ਹੋ ਗਿਆ? ਮਸੀਹ ਦਾ ਰਾਜ ਹੋ ਜਾਂਦਾ। ਮਸੀਹ ਦਾ ਰਾਜ ਹੋ ਜਾਂਦਾ। ਆਮੀਨ। 7ਵੀਂ ਮੋਹਰ ਵਿੱਚ ਵੀ ਜਦੋਂ ਯਿਸੂ ਆਉਂਦਾ ਵਾ ਤੇ ਸਰੀਰ ਦੇ ਕੰਮ ਖਤਮ ਹੋਏ ਕਿ ਨਹੀਂ ਹੋਏ? ਤੁਹਾਨੂੰ ਪਤਾ ਕਹਿੰਦਾ ਅਮਰੀਕਾ ਖਤਮ ਹੋਇਆ। ਅਮਰੀਕਾ ਖਤਮ ਕਰੀ, ਅਮਰੀਕਾ ਬਰਬਾਦ ਹੋ ਜਾਂਦਾ। ਅਮਰੀਕਾ ਖਤਮ ਹੋ ਜਾਂਦਾ, ਕਹਿੰਦੇ ਉਹਦਾ ਧੂੰਆਂ ਨਿਕਲ ਜਾਂਦਾ। ਤੁਹਾਡੇ ਸਰੀਰ ਦਾ ਧੂੰਆਂ ਨਿਕਲਿਆ ਕਿ ਨਹੀਂ ਨਿਕਲਿਆ?
ਉਸ ਅਮਰੀਕਾ ਦਾ ਸੜਨ ਨਾਲ ਕੀ ਫਾਇਦਾ ਜੇ ਸਾਡੇ ਅਮਰੀਕਾ ਅੰਦਰ ਜਿਹੜਾ ਸੜਿਆ ਨਾ ਤੇ ਹਨਾ, ਜਿਹੜਾ ਸਾਡਾ ਸਰੀਰ ਹੈ ਇਹਦੇ ਕੰਮ ਨਾ ਖਤਮ ਹੋਏ ਹਨਾ। ਐਵੇਂ ਉਹ ਪੁੱਠੇ ਜੱਗ ਖਲੋ ਰਹਿਣਾ, ਵੇਦੇ ਰਹਿਣਾ, ਇੱਧਰ ਨੂੰ ਗਿਆ ਤੇ ਇੱਧਰ ਨੂੰ ਕਿਸੇ ਨੂੰ ਵੇਦ ਰਹਿਣਾ, ਇੱਧਰ ਨੂੰ ਗਿਆ ਤੇ ਇੱਧਰ ਨੂੰ ਵੇਦੇ ਰਹਿਣਾ ਹਨਾ, ਗੁੱਠਾਂ 'ਚ ਖਲੋਣਾ, ਲੁਕਣ ਮਿੱਚੀ ਖੇਡਣੀ, ਇਹ ਕੀ ਅਮਰੀਕਾ ਦਾ ਕੰਮ ਹਨਾ। ਇਹ ਅਮਰੀਕਾ ਵਾ ਨਾ ਸਰੀਰ ਦੇ ਕੰਮ ਹਨਾ। ਗਲਾਤੀਆਂ 5:16 'ਚ ਲਿਖਿਆ ਸਰੀਰ ਦੇ ਕੰਮ ਦਾ ਪ੍ਰਗਟ ਹਨ, ਉਹ ਇਹ ਹਨ ਗੰਦਮੰਦ, ਹਰਾਮਕਾਰੀ, ਮੂਰਤੀ ਪੂਜਾ, ਜਾਦੂਗਰੀ, ਝਗੜੇ, ਵੈਰ, ਹਸਦ, ਕ੍ਰੋਧ, ਤੜੇਬਾਜ਼ੀਆਂ, ਫੁੱਟਾਂ, ਬਿਦਤਾਂ ਅਤੇ ਹੋਰ ਇਹੋ ਚੀਜ਼ਾਂ। ਇਹ ਕਿਹਦੇ ਕੰਮ ਹੈ? ਅਮਰੀਕਾ। ਇਹ ਸਾਡੀ ਧਰਤੀ ਜਿਹੜੀ ਹੈ, ਇਹ ਆ ਸਾਡਾ ਸਰੀਰ। ਇਹਦੇ ਅੰਦਰ ਬਹੁਤ ਸਾਰੀ ਦੁਨੀਆ ਸਾਡੇ ਸਰੀਰ ਦੇ ਅੰਦਰ, ਉਹ ਦੁਨੀਆ ਨੂੰ ਖਤਮ ਕਰ ਦਿੰਦਾ। ਮਸੀਹ ਜਦੋਂ ਆਉਂਦਾ, ਸਤਵੀਂ ਮੋਹਰ ਮਸੀਹ ਤੋਂ ਆਉਂਦਾ, ਉਹ ਦੁਨੀਆ ਨੂੰ, ਸਾਡੇ ਸਰੀਰ ਦੀ ਦੁਨੀਆ ਨੂੰ ਸਾਰੀ ਨੂੰ ਖਤਮ ਕਰ ਦਿੰਦਾ। ਹਾਲੇਲੂਇਆ। ਕਿੰਨੇ ਜਾਣੇ ਸਮਝੇ ਇਸ ਗੱਲ ਨੂੰ? ਹੁਣ ਤੁਸੀਂ ਉਸ ਅਮਰੀਕਾ ਵਾਲਾ ਦੇਖੋ ਵੀ ਉਹ ਬਰਬਾਦ ਹੋਇਆ ਕਿ ਨਹੀਂ। ਆਹ ਅਮਰੀਕਾ ਵਾਲਾ ਦੇਖੋ ਜਿਹੜਾ ਸਾਡਾ ਸਰੀਰ ਹੈ, ਇਹ ਅਮਰੀਕਾ ਵਾ। ਜਦੋਂ ਮਸੀਹ ਆਉਂਦਾ ਤੇ ਅਮਰੀਕਾ ਖਤਮ ਹੋ ਜਾਂਦਾ ਹੈ ਨਾ। ਕਹਿੰਦੇ ਨਾ ਜੀ ਅਮਰੀਕਾ ਦਾ ਧਿਆਨ ਰੱਖੋ, ਉਹਦਾ ਧੂੰਆਂ ਨਿਕਲ ਜਾਂਦਾ। ਦੁਲਹਨ ਦਾ ਰੈਪਚਰ ਹੁੰਦਾ ਜਦੋਂ ਅਮਰੀਕਾ ਨਸ਼ਟ ਹੋ ਜਾਂਦਾ। ਉਹ ਅਮਰੀਕਾ ਕੀ ਹੈ? ਸਾਡਾ ਸਰੀਰ। ਸਰੀਰ ਦੇ ਕੰਮ ਨਸ਼ਟ ਹੋ ਜਾਣ, ਖਤਮ ਹੋ ਜਾਣ, ਤੁਸੀਂ ਆਤਮਿਕ ਇਨਸਾਨ ਬਣ ਜਾਓ। ਹਾਲੇਲੂਇਆ। ਆਤਮਿਕ ਇਨਸਾਨ ਬਣ ਜਾਓ। ਇਹੀ ਅਮਰੀਕਾ ਵਾ ਕਿ ਅਮਰੀਕਾ ਦਾ ਧੂੰਆਂ ਨਿਕਲ ਜਾਂਦਾ। ਕਿ ਅਜੇ ਵੀ ਕੋਈ ਉਹ ਸਰੀਰਕ ਕੰਮ ਤਾਂ ਨਹੀਂ ਸਾਡੇ ਅੰਦਰ ਪਾਏ ਜਾਂਦੇ ਹੈ ਨਾ। ਕੋਈ ਅਜੇ ਵੀ ਕੋਈ ਹੈ ਨਾ। ਸਾਡੇ 'ਚ ਸਾਰੇ ਬਾਈਬਲ ਦੇ ਪਾਠਕ ਨੇ, ਇਸ ਗੱਲ ਨੂੰ ਤੁਸੀਂ ਸਮਝ ਰਹੇ ਹੋ ਵੀ ਬਾਈਬਲ ਦਾ ਕੀ ਇਸ਼ਾਰਾ ਹੋ ਰਿਹਾ ਵਾ। ਇਹ ਅਮਰੀਕਾ ਕੌਣ ਆ? ਸਾਡੇ ਸਰੀਰ ਦੇ ਕੰਮ ਹੀ ਨੇ ਜਿਨ੍ਹਾਂ ਨੂੰ ਅਸੀਂ ਖਤਮ ਕਰਨਾ। ਸਰੀਰ ਨੂੰ ਨਹੀਂ ਖਤਮ ਕਰਨਾ, ਸਰੀਰ ਦੇ ਕੰਮਾਂ ਨੂੰ ਖਤਮ ਕਰਨਾ। ਧਰਤੀ ਨੂੰ ਨਹੀਂ ਉਹਨੇ ਖਤਮ ਕਰ ਦੇਣਾ, ਧਰਤੀ ਤੋਂ ਅਮਰੀਕਾ ਦਾ ਰਾਜ ਖਤਮ ਕਰ ਦੇਣਾ। ਹਾਲੇਲੂਇਆ। ਕਿਉਂਕਿ ਇਹਨੂੰ ਸ਼ਰਾਪ ਦਿੱਤਾ, ਨਬੀ ਨੇ ਸ਼ਰਾਪ ਦੇ ਦਿੱਤਾ। ਦੇਖੋ ਜਦੋਂ ਅਮਰੀਕਾ ਨਿਆਂ ਸ਼ੁਰੂ ਹੁੰਦਾ ਵਾ ਤੇ ਮਾਈਕ ਜਿਹੜਾ ਲਾਸ ਐਂਜਲਸ ਹੈ, ਅਮਰੀਕਾ ਦਾ ਬੜਾ ਵੱਡਾ ਸ਼ਹਿਰ ਲਾਸ ਐਂਜਲਸ ਹੇਠਾਂ ਡੁੱਬ ਜਾਂਦਾ ਵਾ, ਪਾਣੀ 'ਚ ਡੁੱਬ ਜਾਂਦਾ। ਕਿਤੇ ਬਪਤਿਸਮਾ ਹੁੰਦਾ ਤੇ ਸਾਡਾ ਸਰੀਰ ਪਾਣੀ 'ਚ ਧੱਸ ਨਹੀਂ ਜਾਂਦਾ, ਡੁੱਬ ਨਹੀਂ ਜਾਂਦਾ ਸਾਡਾ ਸਰੀਰ, ਖਤਮ। ਅਮਰੀਕਾ ਖਤਮ ਹੋ। ਬਪਤਿਸਮਾ ਜਿਹੜਾ ਇਹ ਮੌਤ ਵਾ, ਅਮਰੀਕਾ ਦੀ ਮੌਤ, ਰੋਮ ਦੀ ਮੌਤ। ਸਾਡੇ ਲਹੂ ਦੇ ਕੰਮ ਖਤਮ, ਸਾਡੇ ਸਰੀਰ ਦੇ ਕੰਮ ਖਤਮ ਹੋ ਜਾਂਦੇ ਆ। ਹਾਲੇਲੂਇਆ। ਫਿਰ ਮਸੀਹ ਦਾ ਰਾਜ ਸਾਡੀ ਜ਼ਿੰਦਗੀ 'ਚ ਆ ਜਾਂਦਾ। ਧਿਆਨ ਦਿਓ, ਮਸੀਹ ਦਾ ਰਾਜ ਸਾਡੀ ਜ਼ਿੰਦਗੀ 'ਚ ਸ਼ੁਰੂ ਹੋਇਆ ਕਿ ਨਹੀਂ ਹੋਇਆ? ਵੀ ਜੋ ਕੁਛ ਹੈਗਾ ਹੁਣ ਮਸੀਹ ਆ ਸਾਡਾ ਹੈ ਨਾ। ਜਿੱਦਾਂ ਕਹਿੰਦੇ ਨੇ ਚਾਈਨਾ ਵਾਲੇ ਜਿਹੜੇ ਨੇ, ਉਹਨਾਂ ਦਾ ਜਿਹੜਾ ਰਾਜਾ ਸੈਨਾਪਤੀ ਹੈ ਉਹਨੂੰ ਰੱਬ ਮੰਨਦੇ ਆ। ਕਹਿੰਦੇ ਇਹ ਸਾਡਾ ਰੱਬ ਆ, ਸਾਡਾ ਰਾਜਾ ਹੀ ਸਾਡਾ ਰੱਬ ਆ। ਰੱਬ ਵਾਂਗੂ ਉਹਦਾ ਡਰ ਰੱਖਦੇ ਆ, ਰੱਬ ਨਾਲੋਂ ਵੱਧ ਉਹਦਾ ਡਰ ਰੱਖਦੇ ਆ। ਇਸੇ ਤਰ੍ਹਾਂ ਸਾਡਾ ਹੁਣ ਜਿਹੜਾ ਰੱਬ ਆ ਉਹਦਾ ਡਰ ਰੱਖਣਾ, ਉਹ ਸਾਡਾ ਰਾਜਾ, ਉਹਦਾ ਰਾਜ ਸਾਡੇ ਅੰਦਰ ਚੱਲ ਰਿਹਾ। ਹੁਣ ਇਹ ਜਗਤ ਦਾ ਰਾਜ ਸਾਡੇ ਮਸੀਹ ਦਾ ਹੋ ਗਿਆ ਹੈ। ਆਮੀਨ। ਇਹ ਸਤਵੀਂ ਮੋਹਰ ਸਾਡੇ ਨਾਲ ਮਤਲਬ ਹੈ। ਸਤਵੀਂ ਮੋਹਰ ਵੀ ਕੁਛ ਖਤਮ ਕਰਦੀ ਹੈ, ਅਮਰੀਕਾ ਨੂੰ ਖਤਮ ਕਰਦੀ ਹੈ, ਰੋਮ ਨੂੰ ਖਤਮ ਕਰਦੀ ਹੈ। ਅਮਰੀਕਾ ਸਾਡਾ ਸਰੀਰ ਹੈ, ਰੋਮ ਸਾਡੇ ਅੰਦਰ ਲਹੂ ਹੈ। ਆਮੀਨ। ਤਾਂ ਫਿਰ ਇਸਰਾਇਲ ਵਿੱਚ ਯਿਸੂ ਮਸੀਹ ਆਪਣੇ ਸਿੰਘਾਸਨ ਲਾ ਲੈਂਦਾ। ਇਸਰਾਇਲ ਸਾਡੇ ਪ੍ਰਾਣ। ਆਮੀਨ। ਬੋਰਡ ਨਹੀਂ ਸਾਡੇ ਕੋਲ, ਅਸੀਂ ਲਿਖ ਕੇ ਵੀ ਗੱਲ ਕਰ ਸਕਦੇ ਸੀ। 3 ਸਟੈਪ ਬਣਾ ਸਕਦੇ ਸੀ ਅਸੀਂ ਵੀ ਬਾਹਰਲੇ ਪਾਸੇ ਅਮਰੀਕਾ ਵਾ, ਅੰਦਰ ਰੋਮ ਆ, ਲਹੂ, ਲਾਲ ਰੰਗ ਦੇ ਪਸ਼ੂ ਤੇ ਕੌਣ ਬੈਠੀ ਹੋਈ? ਇੱਕ ਔਰਤ। ਉਹ ਕੀ? ਰੋਮਨ ਕੈਥੋਲਿਕ, ਰੋਮ। ਜਦੋਂ ਯਿਸੂ ਉੱਥੇ ਉਤਰਦਾ ਵਾ ਤੇ ਉਹ ਇਹ ਕੰਮ ਕਰਦਾ, ਅਮਰੀਕਾ ਨੂੰ ਖਤਮ ਕਰ ਦਿੰਦਾ, ਬਰਬਾਦ ਕਰ ਦਿੰਦਾ, ਰੋਮ ਨੂੰ, ਸਲੀਏ ਨੂੰ ਬਰਬਾਦ ਕਰ ਦਿੰਦਾ। ਉਹ ਯਿਸੂ ਦਾ ਰਾਜ ਹੋ ਜਾਂਦਾ।
ਤਾਂ ਹੀ ਤਾਂ ਉਹਨੇ ਤੁਰੀ ਵਿੱਚ ਕਿਹਾ ਨਾ ਕਿ ਸਵਰਗ ਵਿੱਚ ਇੱਕ ਵੱਡੀ ਆਵਾਜ਼ ਬੋਲਦੇ ਸੁਣੀ ਵੀ ਹੁਣ ਜਗਤ ਦਾ ਰਾਜ ਸਾਡੇ ਮਸੀਹ ਦਾ ਹੋ ਗਿਆ। ਜੋ 7ਵੀਂ ਮੋਹਰ ਹੁੰਦੀ ਤੇ ਜਗਤ ਦਾ ਰਾਜ ਜੋ ਸਾਡਾ ਸਰੀਰ ਹੈ ਦੁਲਹਨ ਦੇ ਅੰਦਰ ਕਿਹਦਾ ਰਾਜ ਹੋ ਜਾਂਦਾ? ਮਸੀਹ ਦਾ ਰਾਜ ਹੁੰਦਾ। ਦੁਲਹਨ ਦੇ ਅੰਦਰ ਮਸੀਹ ਦਾ ਰਾਜ ਸ਼ੁਰੂ ਹੋ ਜਾਂਦਾ। ਹਾਲੇਲੂਇਆ। ਅੱਛਾ ਦੇਖੋ ਥੋੜਾ ਅੱਗੇ बढ़ते हैं ਅਸੀਂ 123 ਨੂੰ 7ਵੀਂ ਤੁਰੀ ਵਿੱਚੋਂ 7ਵੀਂ ਤੁਰੀਆਂ ਦਾ ਪਰਵ ਹੈ। ਇਹਦੇ ਵਿੱਚ 7ਵੀਂ ਤੁਰੀ ਦੇ ਬਾਰੇ ਬ੍ਰਾਹਨਮ ਜੋ ਸਾਡਾ ਨਬੀ ਹੈ, ਬੜਾ ਪਿਆਰਾ ਨਬੀ ਹੈ ਨਾ। ਸਾਨੂੰ ਕਿੱਦਾਂ ਪਤਾ ਲੱਗਣਾ ਸੀ ਸਾਰੀ ਗੱਲ? ਜੇ ਸਾਡੇ ਕੋਲ ਨਬੀ ਨਾ ਹੁੰਦਾ ਤੇ ਅਸੀਂ ਵੀ ਚਰਚਾ ਨਾਲ ਮਿਸ਼ਨਾਂ ਨਾਲ ਜੁੜੇ ਹੋਣਾ ਸੀ ਜਿੱਥੇ ਰੱਬ ਨਹੀਂ ਹੈਗਾ। ਕਿ ਮਿਸ਼ਨਾਂ ਚਰਚਾ ਚ ਰੱਬ ਹੈਗਾ? ਨਹੀਂ, ਰੱਬ ਹੈਗਾ ਤੇ ਰੱਬ ਨਹੀਂ ਹੈਗਾ, ਸਿਰਫ ਉੱਥੇ ਉਹਨਾਂ ਦੇ ਆਪਣੇ ਹੀ ਕਾयदे कानून है। आमीन। हम देखते हैं कि 7वीं मोहर के अंतर्गत जब वे प्राण उस वेदी के नीचे थे तो उन्हें श्वेत वस्त्र पाया। आमीन। उन्हें वह वस्त्र दिया गया। आमीन। उन्होंने इसे अर्जित नहीं किया था क्योंकि तब वे उस आयाम में थे जब खुदा अपनी अनुग्रह में अन्य जातियों के से व्यवहार कर। 7वीं मोहर विच खुदा गैर जातियां नाल मतलब रख रहा है। आमीन। 7वीं मोहर विच खुदा किन्ना नाल तलक रख रहा है? किन्ना नाल मुलाकात कर रहा है? दुल्हन दे नाल। गैर जातियां दी कलीसिया जिहड़ी कलीसिया दा मतलब है बाहर बुलाए जाने लोग है ना। कलीसिया का मतलब है कितों बाहर? संसार विचों। संसार खत्म। कलीसिया का मतलब ही है अड कीते हुए लोग संसार विचों। तो जे संसार दियां गल्लां साडे अंदर है तो संसार तो असीं अलग नहीं होए। आमीन। संसार विचों अड कीते जाना, संसार चों अलग कीते जाना। आमीन। हे मेरी प्रजा ਇਹਦੇ ਵਿੱਚੋਂ ਬਾਹਰ ਆ ਜਾ ਹੈ ਨਾ। 18 ਚੈਪਟਰ ਚ हे मेरी प्रजा है इस बाबल ਵਿੱਚੋਂ ਸੰਸਾਰ ਚੋਂ ਸਾਨੂੰ ਬਾਹਰ ਕਰ ਦਿੰਦਾ, ਸੰਸਾਰ ਚੋਂ ਸਾਨੂੰ ਅੱਡ ਕਰ ਦਿੰਦਾ। और फिर राज किदा हो जाता? मसीह दा राज हो जाता। आमीन। ते साडे प्राण की आ इस्राएल केंद्र जिथे साडे यीशु दा राज हुंदा है। आमीन। बाहर साडा शरीर की आ अमेरिका, लहू, रोम ते साडे अंदर जेड़ा प्राण है जो साडी जान है उथे कौन है? इस्राएल। वो है इस्राएल। आमीन। अच्छा तुसी जब तुरी पढ़ रहे सी थोड़ा देखो प्रकाश की पोथी विच थोड़ा जा के चलते हैं, बस मैं समाप्ति करने वाला हां। 16 आयत पढ़ के देखो। जगत दा राज साडे प्रभु दा अते ओदे मसीह दा हो गया है अते ओ जुगो जुग राज करेगा। हुण जदों 7वीं मोहर यीशु हेठा आ गया ते जुगो जुग दुल्हन दे अंदर मसीह राज करेगा। करन दिंदे हो कि नहीं? यीशु नूं राज करन दिंदे हो कि नहीं? कि बार बार प्रार्थना च बैठदे हो, वर्त रखदे हो, कि बार बार ये चिंता करदे हो कि प्रभु असीं स्वर्ग जाना वा, प्रभु असीं अपने घर जाना वा, प्रभु सानूं अपने घर लै जा स्वर्ग विच जी। पढ़दे अभी 16 आयत नूं। हाँ वो 24 बजुर्ग खुदा दे हजूर 24 बुजुर्ग ने। आमीन है ना। 24 बुजुर्ग जेड़े खुदा दे हजूर आपो अपनियां गद्दियां ते बैठे सन मूंह दे भार डिग पे अते खुदा नूं मत्था टेकिया कहने लगे हे प्रभु सर्व शक्तिमान जेड़ा है सी ਅਸੀਂ तेरा धन्नवाद करते हैं। इसलिए जो तैं अपनी वड्डी समर्था नाल
ਸਮਰੱਥਾ ਲੈ ਕੇ ਰਾਜ ਕੀਤਾ। ਸਾਡੀ ਜ਼ਿੰਦਗੀ 'ਚ ਤੂੰ ਵੱਡੀ ਸਮਰੱਥਾ ਲੈ ਕੇ ਰਾਜ ਕੀਤਾ। ਆਮੀਨ। ਦੇਖ ਲਓ ਵਚਨ ਕੀ ਕਹਿ ਰਿਹਾ ਹੈ ਨਾ, ਨਬੀ ਕੀ ਕਹਿ ਰਿਹਾ। ਉਹਨੇ 24 ਬਜ਼ੁਰਗ ਜਿਹੜੇ ਨੇ, ਇਹ ਦੇਖੋ ਸਾਡੇ ਅੰਦਰ ਹੀ 24 ਬਜ਼ੁਰਗ ਨੇ, 12 ਪਸਲੀਆਂ ਇੱਧਰ ਨੇ, 12 ਇੱਧਰ ਨੇ, ਇਹ ਬਜ਼ੁਰਗ ਨੇ। 12 ਪਸਲੀਆਂ ਇਸ ਪਾਸੇ, 12 ਇਸ ਪਾਸੇ, ਇਹ ਬਜ਼ੁਰਗ ਨੇ। ਇੱਥੇ ਬਜ਼ੁਰਗਾਂ ਦੇ ਵਿੱਚ ਹੀ ਇੱਕ ਖੁਦਾ ਦਾ ਸਿੰਘਾਸਨ ਹੈ। ਸਵਰਗ ਸਾਡੇ ਅੰਦਰ ਹੈ। ਜਦੋਂ ਯਿਸੂ ਸਵਰਗ ਤੋਂ ਹੇਠਾਂ ਆ ਗਿਆ ਔਰ ਸਾਡੇ ਅੰਦਰ ਆ ਗਿਆ ਤੇ 24 ਬਜ਼ੁਰਗ ਵੀ ਨਾਲ ਨੇ। ਆਮੀਨ। ਤਾਂ ਫਿਰ ਤੁਸੀਂ ਦੇਖੋਗੇ ਸਾਡੇ ਦਿਲ ਦੇ ਨਾਲ ਦਿਲ ਦੇ ਨਾਲ ਖਾਸ ਨਾਲੀਆਂ ਜੁੜੀਆਂ ਹੋਈਆਂ ਨੇ ਜੋ ਸਾਰੇ ਸਰੀਰ ਨੂੰ ਲਹੂ ਤਾਕਤ ਦਿੰਦੀਆਂ ਨੇ। ਉਹ 4 ਨਲੀਆਂ ਜਿਹੜੀਆਂ ਨੇ 4 ਜੰਤੂ ਨੇ। ਆਮੀਨ। ਸਾਡੇ ਅੰਦਰੇ 4 ਜੰਤੂ ਨੇ, ਮੱਤੀ, ਮਰਕਸ, ਲੂਕਾ, ਯਹੋਨਾ। ਕਿਉਂਕਿ ਜਿੱਥੇ ਖੁਦਾ ਦਾ ਸਿੰਘਾਸਨ ਹੈ ਉੱਥੇ 24 ਬਜ਼ੁਰਗ ਵੀ ਨੇ ਤੇ ਉੱਥੇ 4 ਜੰਤੂ ਵੀ ਨੇ। ਆਮੀਨ। ਇਹ ਜਿਹੜਾ ਸਾਡਾ ਦਿਲ ਜਿਹੜਾ ਪੰਪ ਕਰਦਾ ਹੈ, ਇਹ ਹੈ ਨਾ, ਉਹ ਕਹਿੰਦਾ ਨਾ ਪਵਿੱਤਰ ਪਵਿੱਤਰ ਪਵਿੱਤਰ। ਇਹ 4 ਜੰਤੂ ਕੀ ਕਰਦੇ ਰਹਿੰਦੇ? ਰਾਤ ਦਿਨ ਪੰਪ ਕਰਦੇ। ਇਹ 4 ਬਜ਼ੁਰਗ ਜਿਹੜੇ ਰਾਤ ਦਿਨ ਖੁਦਾ ਦੀ ਮਹਿਮਾ ਕਰਦੇ, ਪਵਿੱਤਰ ਪਵਿੱਤਰ ਪਵਿੱਤਰ, ਹੈ ਨਾ। ਸਾਡਾ ਦਿਲ ਜਿਹੜਾ ਹੈ ਨਾ ਪੰਪ 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 ਕਰਦਾ ਰਹਿੰਦਾ, ਪਵਿੱਤਰ ਪਵਿੱਤਰ ਪਵਿੱਤਰ। ਇਹ ਨਹੀਂ ਰੁਕਦੇ, ਰਾਤ ਦਿਨ ਤੁਸੀਂ ਸੌ ਜਾਓਗੇ, ਇਹ ਚੱਲਦੀਆਂ ਰਹਿਣਗੀਆਂ, ਹੈ ਨਾ, ਇਹ ਚੱਲਦੀਆਂ ਰਹਿਣਗੀਆਂ। ਪਵਿੱਤਰ 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 ਪਵਿੱਤਰ, ਸਰਵ ਸ਼ਕਤੀਮਾਨ ਸਾਡਾ ਖੁਦਾ, ਸੈਨਾ ਦਾ ਜਵਾਬ ਆਪੋ। ਰਾਤ ਦਿਨ ਖੁਦਾ ਦੀ, ਕਿਉਂਕਿ ਸਾਡੇ ਅੰਦਰ ਸਿੰਘਾਸਨ ਹੈ। ਹੁਣ ਹਾਲੇਲੂਇਆ, ਸਾਡੇ ਅੰਦਰ ਸਿੰਘਾਸਨ ਹੈ ਖੁਦਾ ਦਾ। 7ਵੀਂ ਮੋਹਰ ਯਿਸੂ ਹੇਠ ਆ ਜਾਂਦਾ, ਸਾਡੇ ਅੰਦਰ ਸਿੰਘਾਸਨ ਲੈ ਜਾਂਦਾ। ਅਮਰੀਕਾ ਖਤਮ, ਰੋਮ ਖਤਮ, ਫਿਰ ਅੰਦਰ ਉਹਦਾ ਰਾਜ ਸ਼ੁਰੂ ਹੋ ਗਿਆ, ਉਹਦਾ ਤਖਤ ਲੱਗ ਗਿਆ ਸਾਡੇ ਅੰਦਰ। ਸਾਡੇ ਅੰਦਰ ਇਸਰਾਈਲ ਹੈ ਔਰ ਉੱਥੇ ਉਹਨੇ ਤਖਤ ਲਾ ਲਿਆ ਵਾ। ਜਦੋਂ ਉਹਨੇ ਤਖਤ ਲਾ ਲਿਆ ਤੇ 24 ਬਜ਼ੁਰਗ ਵੀ ਨਾਲ ਨੇ। 24 ਬਜ਼ੁਰਗ, 12 ਪਸਲੀਆਂ ਇੱਧਰ, 12 ਇੱਧਰ, 24 ਬਜ਼ੁਰਗ। ਉਹ ਸਾਡੇ ਦਿਲ ਦੇ ਅੰਦਰ 4, ਦਿਲ ਦੇ ਨਾਲ 4 ਅਜਿਹੀਆਂ ਵੱਡੀਆਂ ਨਲੀਆਂ ਜੁੜੀਆਂ ਹੋਈਆਂ ਨੇ। ਉਹ 4 ਜੰਤੂ ਨੇ। ਆਮੀਨ। ਜੋ ਰਾਤ ਦਿਨ ਕੀ ਕਰਦੇ ਰਹਿੰਦੇ ਆ? ਪਵਿੱਤਰ 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 ਪਵਿੱਤਰ, ਸੈਨਾ ਦਾ ਜਵਾਬ ਹੋਏਗਾ। ਤੇ ਉਹ ਥੱਕਦੇ ਨਹੀਂ ਹੈ। ਦੇਖਿਆ ਤੁਸੀਂ ਵੀ ਇਹ ਨਸਾਂ ਰੁਕ ਜਾਣ ਤੇ ਪੰਪ ਕਰਨੋਂ ਹਟ ਜਾਣ, ਹੈ ਨਾ। ਥੱਕ 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 ਥੱਕ, ਪਵਿੱਤਰ 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 ਪਵਿੱਤਰ, ਕਿਉਂਕਿ ਅੰਦਰ ਸਾਡੇ ਖੁਦਾ ਦਾ ਹੁਣ ਸਿੰਘਾਸਨ ਹੈ। ਹਾਲੇਲੂਇਆ। ਉਹੀ ਪੈਟਰਨ ਜੋ 7ਵੀਂ ਤੁਰੀ ਵਿੱਚ ਵਾਪਰਦਾ, ਉਹੀ ਪੈਟਰਨ 7ਵੀਂ ਮੋਹਰ ਦਾ ਵਾ। ਆਮੀਨ। ਸੋ ਪ੍ਰਭੂ ਤੁਹਾਨੂੰ ਬਰਕਤ ਦੇ। ਤੁਸੀਂ ਆਪਣੇ ਜੀਵਨ ਤੇ ਧਿਆਨ ਦਿਓ ਕਿ ਸਾਡੇ ਅੰਦਰੋਂ ਉਹ ਸਰੀਰਕ ਕੰਮ ਖਤਮ ਹੋਏ ਨੇ, ਕਿ ਉਹ ਲਹੂ ਦੀ ਜੋ ਤਾਕਤ ਸੀ ਅਸੀਂ ਉਹਨੂੰ ਅਜੇ ਵੀ ਉਹ ਲਹੂ ਦੀ ਤਾਕਤ ਨਹੀਂ ਰੱਖਦੇ, ਕਿ ਅਸੀਂ ਹਲੀਮ ਹੋਏ ਆ, ਕਿ ਅਸੀਂ ਛੋਟੇ ਹੋਏ ਆ, ਕਿ ਅਸੀਂ ਪ੍ਰਭੂ 'ਚ ਇੱਕ ਆਸ਼ੀਸ਼ ਭਰਿਆ ਜੀਵਨ ਗੁਜ਼ਾਰ ਰਹੇ ਆ। ਹੁਣ ਉਹ ਕਹਿੰਦਾ ਕਿ ਜਗਤ ਦਾ ਰਾਜ ਸਮਾਪਤ। ਪੁਰਾਣਾ ਜੀਵਨ ਸਾਡਾ, ਬੋਲੋ, ਇਹ ਜਗਤ ਦਾ ਰਾਜ ਪੁਰਾਣਾ ਜੀਵਨ ਸੀ। ਪੁਰਾਣਾ ਜੀਵਨ, ਸ਼ਰਾਬ ਪੀਣੀ, ਨਸ਼ੇ ਕਰਨੇ, ਗੁਟਕੇ ਖਾਣੇ, ਗੰਦ ਮੰਦ ਜੋ ਆਇਆ ਖਾਈ ਜਾਣਾ, ਪੁਰਾਣਾ ਜੀਵਨ ਖਤਮ। ਤੇ ਦੇਖੋ ਉਹ ਸਭ ਕੁਝ ਹੁਣ ਨਵਾਂ ਹੋ ਗਿਆ। ਹਾਲੇਲੂਇਆ। ਸਭ ਕੁਝ ਨਵਾਂ ਹੋ ਗਿਆ। ਜਦੋਂ ਨਵਾਂ ਹੋ ਗਿਆ ਤੇ ਫਿਰ ਅੰਦਰ ਮਸੀਹ ਦਾ ਰਾਜ ਯਿਸੂ ਆ ਚੁੱਕਾ ਵਾ ਔਰ ਉਹ ਸਾਡੇ ਅੰਦਰ ਹੈ। ਉਹਦਾ ਸਿੰਘਾਸਨ ਸਾਡੇ ਅੰਦਰ। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇ। ਆਓ ਅਸੀਂ ਆਪਣੀ ਸਿਰਾਂ ਨੂੰ ਝੁਕਾਈਏ ਔਰ ਦੁਆ ਕਰੀਏ ਇਸ ਵਚਨ ਦੇ ਲਈ ਜੋ ਕੁਝ ਸੁਣਿਆ ਸਿੱਖਿਆ, ਹੋਰ ਪ੍ਰਭੂ ਵਿੱਚ ਆਨੰਦ ਹੋਈਏ, ਪ੍ਰਭੂ 'ਚ ਹੋਰ ਉਹਦੇ ਮਹਿਰਮ ਹੋਈਏ, ਉਹਦੇ ਨੇੜੇ ਹੋਈਏ। ਆਪਣੇ ਹੱਥ ਉਠਾ ਕੇ ਦੁਆ ਕਰਦੇ ਹਾਂ। ਪ੍ਰਭੂ ਤੇਰਾ ਧੰਨਵਾਦ ਧੰਨਵਾਦ ਧੰਨਵਾਦ। ਯਿਸੂ ਤੇਰਾ ਸ਼ੁਕਰ ਤੇਰਾ ਸ਼ੁਕਰ ਤੇਰਾ ਸ਼ੁਕਰ ਤੇਰਾ ਸ਼ੁਕਰ। ਪ੍ਰਭੂ ਤੇਰਾ ਸ਼ੁਕਰ।
Glory, hallelujah, hallelujah, hallelujah. यीशु तेरी बिटियाई, यीशु तेरी बिटियाई, यीशु तेरी बिटियाई। बहन भाइयों को बहुत सारी बरकत दे खुदा बच्चा। ਅਸੀਂ तेरा पवित्र वचन सुनिया वा तेरे पवित्र वचन ਲਈ तेरा धन्यवाद। ਇਹ ਸੰਗਤੀ ਲਈ तेरा धन्यवाद ਜੋ ਤੂੰ ਸਾਨੂੰ ਸੰਗਤੀ ਦਿੱਤੀ ਹੈ, ਜੋ ਸਾਨੂੰ ਆਪਣੇ ਹਜ਼ੂਰ ਚ ਬਹਿਣ ਦਾ ਸਮਾਂ ਦਿੱਤਾ ਵਾ। तेरा बड़ा ही धन्यवाद, तेरा बड़ा ही धन्यवाद होवे, तेरा बहुत ही धन्यवाद, तेरा बहुत ही धन्यवाद खुदा बंदा समा दिता अपनी हजूरी च बहन का, अपने चरणों च लिया। जब असीं तेरे चरणों च आए हैं, यही तेरा राज है खुदा बंदा। हालेलुया, हालेलुया। जब असीं प्रभु दे चरणों च दौड़े आए, जब सानूं पता लगा कि असीं दौड़े आए हैं, ਇਹ ਆ ਖੁਦਾ ਦਾ ਰਾਜ। ਅਸੀਂ ਉੱਥੇ ਅੱਖਾਂ ਮਲਦੇ ਕਦੀ ਇੱਧਰ ਨੂੰ ਹੋ ਜਾਂਦੇ, ਪਾਸਾ ਵੱਟ ਕੇ ਕਦੀ ਇੱਧਰ ਨੂੰ, ਨਹੀਂ ਨੀਂਦ ਨਹੀਂ ਪੂਰੀ, ਫਿਰ ਸਮਝੋ ਮਸੀਹ ਦਾ ਰਾਜ ਸਾਡੇ ਅੰਦਰ ਨਹੀਂ ਆਇਆ ਤੇ ਪੁਰਾਣਾ ਜੀਵਨ ਸਾਡਾ ਖਤਮ ਨਹੀਂ ਹੋਇਆ। ਸੰਸਾਰ ਅਜੇ ਖਤਮ ਨਹੀਂ ਹੋਇਆ। ਜਦੋਂ ਸੰਸਾਰ ਖਤਮ ਹੋ ਗਿਆ, ਮਸੀਹ ਦਾ ਰਾਜ ਹੋ ਗਿਆ, ਫਿਰ ਅਸੀਂ ਮਸੀਹ ਨਾਲ ਚੱਲਾਂਗੇ। ਇਹ ਸਰੀਰ ਕੀ ਕਹਿੰਦਾ ਉਹ ਨਹੀਂ ਕਰਾਂਗੇ, ਸਰੀਰ ਦੇ ਨਾਲ ਨਹੀਂ ਚੱਲਾਂਗੇ, ਪਰ ਅਸੀਂ ਪ੍ਰਭੂ ਦੇ ਆਤਮਾ ਨਾਲ ਚੱਲਾਂਗੇ, ਵਚਨ ਨਾਲ ਚੱਲਾਂਗੇ। ਆਈਏ ਕਹੀਏ ਖੁਦਾ ਸੱਚਮੁੱਚ ਤੇਰਾ ਰਾਜ ਪੂਰੀ ਤਰ੍ਹਾਂ ਸਾਡੇ ਅੰਦਰ ਕੰਮ ਕਰੇ, ਅਸੀਂ ਤੇਰੇ ਅਧੀਨ ਹੋ ਜਾਈਏ ਔਰ ਅਸੀਂ ਤੇਰੇ ਅੱਗੇ ਝੁਕ ਜਾਈਏ, ਆਪਣੇ ਹੱਥ ਉਠਾ ਕੇ ਦੁਆ ਕਰਾਂਗੇ। ਯਿਸੂ ਤੇਰੀ ਬਿਟਿਆਈ, ਯਿਸੂ ਤੇਰੀ ਬਿਟਿਆਈ, ਯਿਸੂ ਤੇਰੀ ਬਿਟਿਆਈ, ਤੇਰਾ ਧੰਨਵਾਦ, ਧੰਨਵਾਦ ਤੇਰੇ ਰਹਿਮ ਲਈ, ਧੰਨਵਾਦ ਤੇਰੀ ਫਜ਼ਲ ਲਈ, ਤੇਰਾ ਧੰਨਵਾਦ। ਅਸੀਂ ਤੇਰੀ ਹਜ਼ੂਰੀ ਚ ਆਪਣੇ ਆਪ ਨਹੀਂ ਆਏ, ਤੂੰ ਸਾਨੂੰ ਲਿਆਂਦਾ। ਇਸ ਤੋਂ ਮਹਿਸੂਸ ਕਰਦੇ ਹਾਂ ਕਿ ਤੇਰਾ ਰਾਜ ਆ ਸਾਡੇ ਅੰਦਰ, ਤੇਰਾ ਰਾਜ ਆ ਸਾਡੇ ਅੰਦਰ, ਤੇਰੀ ਕਿਰਪਾ ਵਾ ਸਾਡੇ ਅੰਦਰ, ਤੇਰਾ ਮੱਥਾ ਵਾ ਸਾਡੇ ਅੰਦਰ। ਯਿਸੂ ਤੇਰਾ ਧੰਨਵਾਦ, ਯਿਸੂ ਤੇਰਾ ਧੰਨਵਾਦ, ਯਿਸੂ ਤੇਰਾ ਧੰਨਵਾਦ, 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 ਧੰਨਵਾਦ। ਯਿਸੂ ਤੇਰਾ, ਯਿਸੂ ਤੇਰਾ, ਤੇਰਾ ਸ਼ੁਕਰ। ਅਸੀਂ ਆਫਰਿੰਗ ਦੇ ਦੌਰਾਨ ਇੱਕ ਛੋਟਾ ਜ਼ਰੂਰ ਬੋਲਦੇ ਹਾਂ, ਉਹਦੇ ਵਿੱਚ ਤੁਸੀਂ ਆਪਣੀ ਆਫਰਿੰਗ ਕਰ ਸਕਦੇ ਹੋ ਜੋ ਮਨ ਚਾਹੁੰਦਾ ਜਾਂ ਖੁਸ਼ੀ ਨਾਲ ਕੋਈ ਤੁਹਾਡੀ ਕੋਈ ਇੱਛਾ ਹੋਵੇ ਜਿਹਦੀ ਉਹ ਕਰ ਸਕਦਾ ਵਾ। ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ। मसीह के रहोगे, दिखा लो कसम, चाहे जान जाए जा निकले ये दम। मसीह के रहोगे, मसीह के रहोगे, ये खा लो कसम, चाहे जान जाए या निकले ये दम। मसीह के रहोगे, माना तुम्हें दुख आजमाए, माना तुम्हें दुख आजमाए, शैतान की अपनी ताकत दिखाए, शैतान की अपनी ताकत दिखाए। सदा याद रखना उसके जख्म, चाहे जान जाए जा निकले ये दम। मसीह के रहो
मसीह के रहेंगे ये सालों कसम, चाहे जान जाए जान निकले तब मसीह के वापिस आवांगे ਅਸੀਂ ਇੱਕ ਭਾਈ ਨਾਲ ਪ੍ਰਾਰਥਨਾ ਕਰ ਰਹੇ ਹਾਂ ਜਿਸ ਨੂੰ ਪ੍ਰਭੂ ਦਾ ਆਤਮਾ ਹਦਾਇਤ ਕਰਦਾ ਹੈ। ਉਹ ਇਸ ਆਫਰਿੰਗ ਦੇ ਲਈ ਵੀ ਦੁਆ ਕਰਨ ਕਿ ਆਏ ਹੋ ਭੈਣ ਭਰਾਵਾਂ ਦੀ ਦੁਆ ਕਰ। ਸਾਡੇ ਸਵਰਗੀ ਪਿਤਾ ਪ੍ਰਭੂ ਯਿਸੂ ਦੇ ਬਹੁਤ ਧੰਨਵਾਦ ਸਾਨੂੰ ਕਰੇ ਪ੍ਰਭੂ ਸੜਕ ਦਾ ਕਰੇ ਪ੍ਰਭੂ ਦੀ ਸਾਡੇ ਬਖਸ਼ੀ ਹੈ ਪ੍ਰਭੂ और प्रभु ये अमर मेरे की प्रार्थना यीशु कृष्ण इन पसंद आए मेरे खुदावन हालेलुया गीत गाए गाने मेरे खुदावन और वचन सुने जनाब प्रभु सालों से मेरे प्रभु बरकत मिली है आप तेरे बच्चे सारे ब्लेस होए हैं अभी जानकारी मिली है प्रभु सभी चिन्ह देखा है बड़ी देखा कि सभी चिन्ह सारी जिंदगी ना पूरी हो प्रभु यीशु की तरह धन्यवाद और खुदावन मेरी प्रार्थना है सारे जीवन में जाकर और पूरे सुना है कि इसका सभी गोल के अंदर का जो सभी पूरी के अंदर होता है वो सभी गोल के सुना है ये सभी पूरी के अंदर अब मैं बताऊं का युद्ध है अमेरिका को उठाने जाना है रोम बात किया जाता है इसी का सभी गोल के है और प्रभु यीशु मसीह अमेरिका का नाज़ीर है और जो है वो रोम है तो प्रभु एक है प्राण जो आत्मा है आमीन और प्रभु तो उस प्राण के नाल हालेलुया आमीन ग्लोरी जीसस आमीन यस वो पूर्ण और सलानो साइड से हटके है तो यीशु की धन्यवाद होवे तेरा तेरी महिमा होवे तेरी खुदावन साडे नाल भूलिया है साडे नाल किया करे और प्रभु यीशु के बहुत धन्यवाद देना तेरे प्रभु ना मोरली ना क्लियरली ना कोयली प्रभु जब तुझा प्रकाशन दे रहे हैं बहुत धन्यवाद तेरे प्रभु तेरे बच्चे अपने प्रार्थना सभा दे जाए तेरी महिमा की गीत करने गाए करे खुदावन इससे एक अपने बच्चे बहुत साइड पे खर्च कर दे या तेरे बच्चे ने ऑफिस क्या तेरे खुदावन उस पैसे को सूटेबल कर दे तेरे बच्चे मेरे खुदावन तेरे लॉकडाउन के भी मेरे खुदावन किसके मुश्किल ना तेरे प्रभु कोई मुश्किल ना आ सके मेरे खुदावन और किसी भी तरह की कोई मुश्किल कोई परेशानी ना आ सके कैसे रहने काम कराई प्रभु तेरी प्रार्थना तो अपने बच्चे कैसे की बरकत का जोड़ा जरूर सब पूरा करने करे खुदावन करे प्रभु यीशु मसीह आप सुन रहे था करे खुदावन जिसका नूर नबी है मेरे खुदावन किसकी बनाई और मेरे खुदावन वो सब